ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸਕ। ਸ਼੍ਰੀ ਹਰਿਗੋਬਿੰਦ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ। ਵਿਨਾਸ਼ਨ ਸੋਏ। ਦੋਹਰਾ एक सिख को तबे बैठायो, गुप्त रहो सुन कहाँ बैठायो। सुन के डला तब क्या कहे, नहीं डरे के डरपत है। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਮਦਮਾ ਸਾਹਿਬ ਤਲਵੰਡੀ ਰਹਿਣ ਦਾ ਪਤਾ ਲੱਗਿਆ ਵਜੀਦੇ ਨੂੰ। ਇੱਕ ਚਿੱਠੀ ਉਹਨੇ ਪਹਿਲਾਂ ਭੇਜੀ ਸੀ, ਦੂਜੀ ਫਿਰ ਭੇਜ ਦਿੱਤੀ ਕਿ ਤੂੰ ਗੁਰੂ ਗੋਬਿੰਦ ਸਿੰਘ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਹਵਾਲੇ ਕਰ ਦੇ, ਤੈਨੂੰ ਔਰੰਗਜ਼ੇਬ ਤੋਂ ਬਹੁਤ ਸਾਰਾ ਇਨਾਮ ਦਿਵਾਵਾਂਗੇ। ਤਾਂ ਇਸ ਨੇ ਵਾਪਸ ਸੁਨੇਹਾ ਭੇਜਤਾ ਸੀਗਾ ਕਿ ਨਹੀਂ, ਇਹ ਨਹੀਂ ਹੋ ਸਕਦਾ। ਗੁਰੂ ਸਾਡੀ ਜਿੰਦ ਜਾਨ ਹੈ, ਸਾਡਾ ਪ੍ਰਾਣ ਹੈ, ਅਸੀਂ ਤੇਰੇ ਹਵਾਲੇ ਨਹੀਂ ਕਰਾਂਗੇ। ਜੇ ਤੂੰ ਚੜ੍ਹ ਕੇ ਆਉਣਾ ਤੇ ਆ ਜਾ, ਦੋ ਹੱਥ ਕਰ ਲਾਂਗੇ। ਤਾਂ ਦੂਸਰੀ ਵਾਰ ਸਤਿਗੁਰੂ ਪਾਤਸ਼ਾਹ ਦਮਦਮਾ ਸਾਹਿਬ ਤੋਂ ਭੁੱਚੋ ਭਾਗੂ ਹੁੰਦੇ ਹੋਏ ਬਠਿੰਡੇ ਆਏ ਅਤੇ ਬਠਿੰਡੇ 'ਚੋਂ ਵਾਪਸ ਜਾ ਰਹੇ ਆ। ਰਸਤੇ ਵਿੱਚ ਇੱਕ ਥਾਂ ਉਤਾਰਾ ਕੀਤਾ ਹੈ। ਉੱਥੇ ਬੈਠੇ ਸਤਿਗੁਰਾਂ ਨੂੰ ਫਿਰ ਪਤਾ ਲੱਗਿਆ ਵੀ ਡੱਲੇ ਨੂੰ ਚਿੱਠੀ ਫਿਰ ਪਾਤੀ ਵਜੀਦੇ ਨੇ, ਅਤੇ ਸਤਿਗੁਰਾਂ ਨੇ ਆਪਣਾ ਇੱਕ ਸੂਹੀਆ ਭੇਜਿਆ, ਸਿੱਖ ਭੇਜਿਆ ਵੀ ਤੂੰ ਡੱਲੇ ਦੇ ਆਸੇ ਪਾਸੇ ਰਹਿ, ਇਹ ਪਤਾ ਕਰ ਵੀ ਡੱਲਾ ਡਰਦਾ ਕਿ ਨਹੀਂ ਡਰਦਾ। ਅਤੇ ਵਾਪਸ ਕੀ ਜਵਾਬ ਭੇਜਦਾ ਵਜੀਦੇ ਨੂੰ। ਉਹ ਸਿੱਖ ਚਲਿਆ ਗਿਆ, ਡੱਲੇ ਦੇ ਆਸੇ ਪਾਸੇ ਨੇੜੇ ਗੁਪਤ ਰਹਿਣ ਲੱਗਿਆ। ਤਾਂ ਉਹ ਜੋ ਸੂਹ ਲੈ ਕੇ ਆਇਆ, ਜੋ ਜਸੂਸੀ ਕਰਕੇ ਆਇਆ, ਉਹ ਸਤਿਗੁਰਾਂ ਨੂੰ ਦੱਸਦਾ ਅਤੇ ਸਤਿਗੁਰੂ ਅੱਗੋਂ ਕੀ ਜਵਾਬ ਦਿੰਦੇ ਆ। ਇਹ ਵਿਚਾਰਾਂ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ एक सिख को तभी पठायो, गुप्त रहो सुन कहाँ पठायो। ਔਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਦ ਪਤਾ ਲੱਗਿਆ, ਬਈ ਵਜੀਦੇ ਨੇ ਇੱਕ ਚਿੱਠੀ ਹੋਰ ਭੇਜ ਦਿੱਤੀ ਹੈ। ਸਤਿਗੁਰਾਂ ਨੇ ਇੱਕ ਸਿੱਖ ਨੂੰ ਕੁਝ ਪਤਾ ਕਰਨ ਲਈ ਭੇਜਿਆ ਹੈ ਜੀ। सुन के डल्ला तब क्या कहे, नहीं डरे के डर पतया है। ਬਈ ਤੂੰ ਪਤਾ ਕਰ ਇਹ ਚਿੱਠੀ ਵਿੱਚ ਵਜੀਦਾ ਕੀ ਲਿਖ ਕੇ ਭੇਜਦਾ ਹੈ, ਅਤੇ ਡੱਲਾ ਡਰਦਾ ਹੋਇਆ ਉਸ ਦਾ ਕਿਵੇਂ ਜਵਾਬ ਦਿੰਦਾ ਹੈ। ਕਿ ਡੱਲਾ ਡਰਦਾ ਹੈ ਕਿ ਨਹੀਂ ਡਰਦਾ। अंतरे तुत सिख बचरंता, डल्ला कागद तुर्क सुनंता। ਔਰ ਗੁਰੂ ਪਿਆਰਿਓ,
ਉਹ ਸਿੱਖ ਜਿਹੜਾ ਹੁਣ ਸੂਹ ਰੱਖਣ ਲੱਗਿਆ, ਜਸੂਸੀ ਕਰਨ ਲੱਗਿਆ, ਡੱਲੇ ਦੇ ਨੇੜੇ ਤੇੜੇ ਰਹਿਣ ਲੱਗਿਆ। ਡੱਲੇ ਨੇ ਉਹ ਕਾਗਜ਼ ਜਿਹੜਾ ਵਜੀਦੇ ਤੁਰਕ ਨੇ ਭੇਜਿਆ ਹੈ ਉਹਨੂੰ ਪੜ੍ਹਦਾ ਹੈ। ਜੌਨ ਬੁਰਾ ਕਰਨ ਅਭਿਲਾਖਾ ਪਾਤਸ਼ਾਹ ਰਿਪ ਗੁਰ ਡਿਗ ਰਾਖਾ। ਔਰ ਚਿੱਠੀ ਵਿੱਚ ਖਾਸ ਗੱਲ ਲਿਖੀ ਹੈ, ਡੱਲੇ ਨੂੰ ਕਹਿੰਦੇ ਕਿਉਂ ਤੂੰ ਆਪ ਦਾ ਬੁਰਾ ਕਰਨ ਤੇ ਉਤਰਿਆ ਹੋਇਆ? ਤੂੰ ਔਰੰਗਜ਼ੇਬ ਬਾਦਸ਼ਾਹ ਦਾ ਦੁਸ਼ਮਣ ਗੁਰੂ ਗੋਬਿੰਦ ਸਿੰਘ ਆਪਣੇ ਕੋਲ ਰੱਖਿਆ ਹੋਇਆ ਹੈ। ਆਪੀ ਕਰਿਓ ਜੇ ਚਾਹੇ ਭਲਿਆਹੀ ਹਮਕੋ ਗੁਰੂ ਦੇਹੋ ਪਕਰਾਈ। ਔਰ ਜੇ ਤੂੰ ਭਲਾ ਚਾਹੁੰਦੇ ਆਪਦਾ ਆਪਣੇ ਪਰਿਵਾਰ ਦਾ, ਹਲੇ ਵੀ ਤੈਨੂੰ ਅਸੀਂ ਸਮਾਂ ਦਿੰਦੇ ਹਾਂ, ਤੂੰ ਗੁਰੂ ਗੋਬਿੰਦ ਸਿੰਘ ਨੂੰ ਸਾਡੇ ਹਵਾਲੇ ਕਰ ਦੇ ਜੀ। ਸੈਨਿਕ ਨੇਰੀ ਦੇਤ ਪਠਾਏ ਮਿਲ ਕਰ ਤਿਸ ਕੋ ਦੇਹੋ ਗਹਾਏ। ਕਹਿੰਦਾ ਮੈਂ ਫੌਜ ਭੇਜ ਦਿੰਦਾ, ਬਹਾਨਾ ਬਣ ਜਾਵੇਗਾ ਤੇ ਤੂੰ ਬੇਈਮਾਨੀ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੂੰ ਫੜਵਾ ਦੇਈ। ਨਤ ਤੁਝ ਕੋ ਦੇ ਬੜੀ ਸਜਾਈ ਬਸ ਬੇ ਦੇਹੋ ਨਹੀਂ ਤਿਸ ਥਾਈ। ਜੇ ਤੂੰ ਸਾਡੀ ਦੂਜੀ ਚਿੱਠੀ ਦਾ ਜਵਾਬ ਵੀ ਸਹੀ ਨਾ ਦਿੱਤਾ ਤੇ ਤੈਨੂੰ ਅਸੀਂ ਇਸ ਤਲਵੰਡੀ ਦੇ ਭਾਗੋ ਕੇ ਇਲਾਕੇ ਵਿੱਚ ਵਸਣ ਨਹੀਂ ਦੇਣਾ ਔਰ ਤੈਨੂੰ ਅਸੀਂ ਫੜ ਕੇ ਲੈ ਜਾਵਾਂਗੇ। ਟੂਟੇ ਗ੍ਰਾਮ ਉਜਾਰਨ ਕਰੈ ਆਏ ਅਚਾਨਕ ਸਭ ਕੋ ਤਰੈ। ਔਰ ਅਸੀਂ ਚਾਣ ਚੱਕ ਫੌਜ ਚੜਾਵਾਂਗੇ, ਤੁਹਾਨੂੰ ਲੁੱਟ ਲਵਾਂਗੇ, ਤੁਹਾਨੂੰ ਸਾਰਿਆਂ ਨੂੰ ਅਚਾਨਕ ਫੜ ਲਵਾਂਗੇ। ਸੁਨ ਡੱਲੇ ਉੱਤਰ ਲਿਖਵਾਇਓ ਹਮ ਨਾ ਡਰੇ ਜੇ ਬਹੁਤ ਡਰਾਇਓ। ਤਾਂ ਡੱਲਾ ਫਿਰ ਉਸ ਚਿੱਠੀ ਦਾ ਜਵਾਬ ਲਿਖਦਾ, ਜਸੂਸ ਨੇ ਪਤਾ ਕੀਤਾ, ਇਹਨੇ ਲਿਖਾਇਆ ਹੈ ਅਸੀਂ ਤੈਥੋਂ ਡਰਦੇ ਨਹੀਂ। ਭੇਜੇ ਦਲ ਤਿਸ ਕੇ ਸੰਗ ਲਰੈ ਮਾਰ ਲੂਟ ਆਗੇ ਚੱਲ ਪਰੈ। ਔਰ ਕਹਿਣ ਲੱਗਿਆ, ਚਿੱਠੀ ਵਿੱਚ ਲਿਖਦਾ ਜਿਹੜੀ ਤੂੰ ਫੌਜ ਭੇਜਣੀ ਆ ਭੇਜ ਦੇ, ਜਿਹੜਾ ਦਲ ਭੇਜਣਾ ਭੇਜ ਦੇ, ਅਸੀਂ ਉਹਨਾਂ ਨਾਲ ਲੜਾਈ ਕਰਾਂਗੇ ਔਰ ਤੇਰੇ ਦਲ ਨੂੰ ਮਾਰ ਕੇ ਕੁੱਟ ਕੇ ਅਸੀਂ ਜੰਗਲ ਵਿੱਚ ਵੜ ਜਾਾਂਗੇ। ਇਹ ਜੰਗਲ ਦਾ ਇਲਾਕਾ ਸੀਗਾ, ਇਹਦੇ ਵਿੱਚ ਮਲੇ, ਬੇਰੀਆਂ, ਕਿੱਕਰਾਂ, ਕੁਦਰਤ ਦੇ ਦਰਖਤ ਬੜੇ ਹੁੰਦੇ ਸਨ, ਇਹਨੂੰ ਜੰਗਲ ਹੀ ਕਹਿੰਦੇ ਸੀ। ਸਤਿਗੁਰਾਂ ਨੇ ਇਹਨੂੰ ਮਾਲਵਾ ਕਿਹਾ। ਪਹਿਲੀ ਵਾਰ ਜਦੋਂ ਇੱਥੋਂ ਦਿਓ ਨੂੰ ਕੱਢਿਆ ਇਸ ਕਿਲੇ ਦੇ ਵਿੱਚੋਂ ਤਾਂ ਕਹਿਣ ਲੱਗਿਆ ਡੱਲਾ ਅਸੀਂ ਜੰਗਲ ਦੇ ਵਿੱਚ ਵੜ ਜਾਵਾਂਗੇ। ਨਿਰਜਲ ਬਨ ਮੈਂ ਬਸ ਨਹਿ ਤੇਰੋ ਸਿਰ ਕੇ ਸਾਥ ਗੁਰੂ ਹੈ ਮੇਰੋ। ਔਰ ਕਹਿਣ ਲੱਗਿਆ ਸਾਨੂੰ ਤਾਂ ਜੰਗਲਾਂ ਵਿੱਚ ਰਹਿਣ ਦਾ ਪਤਾ ਕਿਵੇਂ ਜ਼ਿੰਦਗੀ ਬਤੀਤ ਕਰਨੀ ਆ, ਪਰ ਤੇਰੀਆਂ ਫੌਜਾਂ ਨੂੰ ਇਸ ਜੰਗਲ ਦੇ ਵਿੱਚੋਂ ਪਾਣੀ ਨਹੀਂ ਥਿਆਉਣਾ ਤੇ ਆਏ ਮਰ ਜਾਣਗੇ। ਗੁਰੂ ਸਾਡੇ ਸਿਰ ਦਾ ਤਾਜ ਹੈ, ਤੈਨੂੰ ਆਏ ਕਿਵੇਂ ਫੜਾ ਦਈਏ। ਇਸ ਬਿਦ ਗਹਿ ਨਾ ਗਹਿ ਬਿਦੇ ਹੈ ਨਿਜ ਪ੍ਰਾਨਣ ਕੇ ਸੰਗ ਰੱਖੈ। ਔਰ ਅਸੀਂ ਉਹਨੂੰ ਜਾਨ ਤੋਂ ਵੱਧ ਪਿਆਰਾ ਰੱਖਦੇ ਹਾਂ ਆਪਣੇ ਨਾਲ, ਨਾ ਤੈਨੂੰ ਫੜਨ ਦੇਵਾਂਗੇ ਨਾ ਫੜ ਕੇ ਦੇਵਾਂਗੇ। ਮੋਤਰ ਡਲੇ ਲਿਖਵਾਇਓ ਸਮੁਖ ਵਜੀਦੇ ਤੁਰਤ ਪਠਾਇਓ। ਔਰ ਇਹ ਚਿੱਠੀ ਲਿਖ ਕਰਕੇ ਲਿਖਵਾ ਕਰਕੇ ਡੱਲੇ ਨੇ ਵਜੀਦੇ ਵੱਲ ਤੋਰ ਦਿੱਤੀ ਹੈ, ਭੇਜ ਦਿੱਤੀ ਹੈ, ਉਹਦੇ ਅਹਿਦੀਏ ਨੂੰ, ਉਹਦੇ ਬੰਦੇ ਨੂੰ ਫੜਾ ਦਿੱਤੀ ਹੈ। ਔਰ ਜਸੂਸ ਨੇ ਸਤਿਗੁਰਾਂ ਦੇ ਭੇਜੇ ਸਿੱਖ ਨੇ ਸਾਰੀ ਖਬਰ ਨੋਟ ਕੀਤੀ ਹੈ। ਸਦਰੀ ਬਾਤ ਦੋਹਨ ਦਿਸ ਕੇਰੀ ਸਿੱਖ ਨੇ ਸੁਣੀ ਭਲੇ ਤਿਸ ਬੇਰੀ। ਔਰ ਇਹ ਸਿੱਖ ਨੇ ਚੰਗੀ ਤਰ੍ਹਾਂ ਡੱਲੇ ਦੀ ਕੋਲੋਂ ਉਹ ਚਿੱਠੀ ਵੀ ਸੁਣੀ ਕੀ ਲਿਖਿਆ ਹੈ ਔਰ ਡੱਲੇ ਦਾ ਜਵਾਬ ਵੀ ਚੰਗੀ ਤਰ੍ਹਾਂ ਸੁਣਨਾ ਕੀਤਾ ਹੈ। ਸੋ ਸਤਿਗੁਰ ਡਿਗਿਆਨ ਸੁਨਾਈ ਸੁਨ ਕਰ ਖੁਸ਼ੀ ਪਏ ਸੁਖਦਾਈ। ਔਰ ਆ ਕਰਕੇ ਉਸਨੇ ਇਹ ਵਿਚਾਰ ਸਤਿਗੁਰਾਂ ਕੋਲੇ ਆ ਕੇ ਦੱਸੀ ਆ, ਮਹਾਰਾਜ ਡੱਲਾ ਨਹੀਂ ਡਰਿਆ। ਵਜੀਦਾ ਕਹਿੰਦਾ ਸਾਨੂੰ ਫੜਾ ਦੇ, ਤੈਨੂੰ ਛੱਡ ਦੇਵਾਂਗੇ, ਨਹੀਂ ਫੜ ਕੇ ਲੈ ਜਾਵਾਂਗੇ। ਪਰ ਡੱਲੇ ਨੇ ਸਹੀ ਜਵਾਬ ਦਿੱਤਾ ਹੈ, ਕਹਿੰਦਾ ਅਸੀਂ ਗੁਰੂ ਤੇਰੇ ਹਵਾਲੇ ਨਹੀਂ ਕਰ ਸਕਦੇ, ਲੜਾਈ ਕਰ ਸਕਦੇ ਹਾਂ ਤੇ ਜੰਗਲ ਦੇ ਇਲਾਕੇ ਵਿੱਚ ਤੇਰੀ ਫੌਜ ਨੂੰ ਧਿਆਇਆ ਪਾਣੀ ਨਹੀਂ ਮਿਲਣਾ ਔਰ ਧਿਆਈ ਮਰ ਜਾਵੇਗੀ। ਏਤਕ ਦਿਵਸ ਬਤੀਤਿਆਰ ਸਤਿਗੁਰ ਬਾਸੇ ਤਿਸ ਕੀ ਠਾਰ। ਤੋ ਧੰਨ ਗੁਰੂ ਗੋਬਿੰਦ ਸਿੰਘ ਜੀ ਬਠਿੰਡੇ ਦੇ ਵਿੱਚੋਂ ਚਲੇ ਗਏ ਜਾਂ ਬਠਿੰਡੇ ਦੇ ਆਸੇ-ਪਾਸੇ ਕਿਸੇ ਨਗਰ ਵਿੱਚ ਠਹਿਰੇ ਹਨ ਔਰ ਸੰਗਤ ਦੂਰ ਦੂਰ ਤੇ ਆਵੈ ਪ੍ਰਭ ਕੇ ਪਾਇਨ ਸੀਸ ਝੁਕਾਵੈ। ਔਰ ਜਿੱਥੇ ਸਤਿਗੁਰਾਂ ਦੇ ਉਤਰਨ ਦਾ ਪਤਾ ਲੱਗਦਾ ਇਲਾਕਿਆਂ ਦੀਆਂ ਸੰਗਤਾਂ ਉੱਥੇ ਹੀ ਸਤਿਗੁਰਾਂ ਦੇ ਕੋਲ ਪਹੁੰਚਦੀਆਂ, ਪੈਰੀ ਪੈਂਦੀਆਂ, ਮੱਥੇ ਟੇਕਦੀਆਂ ਹਨ। ਹਰ ਪੇ ਅਣਕ ਕੋਰਨ ਲਿਆਏ ਮਨੋ ਕਾਮਨਾ ਆਪਣੀ ਪਾਏ। ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਮੱਥੇ ਟੇਕਦੇ ਆ ਔਰ ਆਪਣੀਆਂ ਮਨੋਕਾਮਨਾ ਪੂਰੀਆਂ ਕਰਦੇ ਹਨ। ਇਸਮੇ 10 ਸਿੰਘਨ ਕੋ ਪਹਿਰਾ ਪਲੰਗ ਨਿਕਟ ਜਾਗੇ ਨਿਤ ਠਹਿਰਾ। ਔਰ ਸਤਿਗੁਰਾਂ ਦੇ ਪਲੰਗ ਦੇ ਦੁਆਲੇ
ਰਾਤ ਨੂੰ ਪਹਿਰਾ ਰਹਿੰਦਾ 10-10 ਸਿੰਘਾਂ ਦਾ। ਇੱਕ ਦਿਨ ਖੇਡਾ ਪਾਵਨ ਕੀਨਾ ਗਾਵਣ ਨਾਚਨ ਨਰ ਨਾਰੀਨ। ਔਰ ਇੱਕ ਦਿਨ ਕਹਿੰਦੇ ਕੋਈ ਮੰਦਾਰੀ ਆ ਗਿਆ, ਜਿਵੇਂ ਬਾਂਦਰਾਂ ਦਾ, ਰਿੱਛ ਦਾ ਆਦਿ ਖੇੜਾ ਪਾਉਣ ਵਾਲੇ ਹੁੰਦੇ ਨੇ। ਕਹਿੰਦੇ ਇੱਕ ਦਿਨ ਬੜਾ ਹੀ ਖੇੜਾ ਪੈਂਦਾ ਹੈ। ਸੋ ਸਿੱਖ ਆਪਸ ਮੇਂ ਕਹੈ ਨਿੰਦਰਾ ਬਸੀ ਗੁਰੂ ਅਬ ਆਹੈ। ਔਰ ਇਧਰ ਸਿੰਘ ਜਿਹੜੇ ਪਹਿਰਾ ਦੇ ਰਹੇ ਆ, ਸੋਹਰੀ ਦੂੜੀ ਦੇ ਉੱਤੇ ਕੋਈ ਖੇੜਾ ਪੈ ਰਿਹਾ ਹੈ, ਕੋਈ ਮਨੋਰੰਜਨ ਹੋ ਰਿਹਾ ਹੈ। ਤੇ ਇਧਰ ਜਿਹੜੇ ਸਿੰਘ ਪਹਿਰਾ ਦੇ ਰਹੇ ਸੀ ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਹੈ ਵੀ ਯਾਰ ਸਤਿਗੁਰੂ ਤਾਂ ਹੁਣ ਚੰਗੀ ਤਰ੍ਹਾਂ ਸੌਂ ਗਏ ਹਨ ਘੂਕ। ਚਲੋ ਬਲੋ ਕੇ ਤਤ ਛਿਨ ਆਵੈ ਤਬ ਲੋ ਕਹਾਂ ਬਿਗੜ ਕਛ ਜਾਵੈ। ਇੰਨੇ ਚਿਰ ਚ ਕੀ ਵਿਗੜ ਜਾਊਗਾ, ਚਲੋ ਆਪਾਂ ਵੀ ਖੇੜਾ ਦੇਖ ਕੇ ਆਈਏ। ਉਹ ਕੀ ਹੋ ਰਿਹਾ ਆਪਾਂ ਦੇਖ ਕੇ ਆਈਏ। ਗੁਰੂ ਤਾਂ ਹੁਣ ਗੂੜੀ ਨੀਂਦ ਵਿੱਚ ਸੁੱਤੇ ਹੋਏ ਐ, ਇੰਨੇ ਕੁ ਚਿਰ ਚ ਕੀ ਹੋ ਜਾਊਗਾ। ਸਤਿਗੁਰ ਜਾਗਨ ਤੇ ਪਹਿਲਾਏ ਆਏ ਬਿਰਗੇ ਇਸ ਹੀ ਥਾਈ। ਆਏ ਥਿਰਾਂਗੇ ਫੇਰ ਆ ਕੇ ਤੇ ਪਹਿਰੇ ਤੇ ਖੜ ਜਾਾਂਗੇ। ਔਰ ਸਤਿਗੁਰੂ ਤਾਂ ਇੰਨੇ ਸੁੱਤੇ ਪਏ ਆ, ਜਾਗਣ ਤੋਂ ਪਹਿਲਾਂ ਪਹਿਲਾਂ ਮੁੜ ਆਵਾਂਗੇ। ਇਮ ਕਹਿ ਕਰ ਸਿੱਖ ਪੰਜ ਪਦਾਰੇ ਪੰਜ ਨੇ ਗਏ ਥਿਰੇ ਡਰ ਧਾਰੇ। ਉਹਨਾਂ 10 ਦੇ ਵਿੱਚੋਂ 5 ਨੇ ਜਾਣ ਦੀ ਸਲਾਹ ਬਣਾ ਲਈ ਤੇ 5 ਕਹਿੰਦੇ ਵੀ ਅਸੀਂ ਤਾਂ ਨਹੀਂ ਜਾਂਦੇ, ਅਸੀਂ ਇੱਥੇ ਰਹਾਂਗੇ। ਤੇ 5 ਚਲੇ ਗਏ। ਏਡਾ ਕਰਿਓ ਬਿਲੋਕਨ ਜਾਵੈ ਡਰਤ ਪਰਸ ਪਰ ਬੋਲੇ ਤਵੈ। ਔਰ ਜਦੋਂ ਖੇੜਾ ਵੇਖਣ ਜਿਹੜੇ 5 ਜਣੇ ਗਏ ਨਾ, ਹੁਣ ਉਹਨਾਂ ਦਾ ਧਿਆਨ ਪਿੱਛੇ ਗੁਰੂ ਸਾਹਿਬ ਦੇ ਵਿੱਚ ਹੈ। ਡਰ ਵੀ ਲੱਗਦਾ ਵੀ ਜੇ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਤੇ ਝਿੜਕਣਗੇ। ਏਠਾ ਆਏ ਲਿਓ ਕੋ ਕਹਾ ਸ਼੍ਰੀ ਪ੍ਰਭ ਕੋਪ ਕਰਹਿਗੇ ਤਹਾਂ। ਹੁਣ ਇੱਥੇ ਤਾਂ ਬੜੇ ਖੁਸ਼ ਸੀ, ਖੇੜਾ ਵੇਖ ਕੇ ਆਉਣੇ ਆ, ਉੱਥੇ ਕਰਕੇ ਸੋਚਦੇ ਆ ਜਾ ਕੇ ਵੀ ਯਾਰ ਆਪਾਂ ਕੀ ਕਰਨਾ ਸੀ ਆ ਕੇ, ਐਵੇਂ ਹੀ ਆ ਗਏ। ਗੁਰੂ ਸਾਹਿਬ ਨੂੰ ਜਦ ਪਤਾ ਲੱਗਿਆ ਉਹ ਝਿੜਕਣਗੇ। ਕਹੋ ਨਾਹਕ ਅਪਰਾਧੀ ਬੀਥੀਜੈ ਆਪੀ ਚਲੋ ਨਾ ਬਿਲਮ ਕਲੀਜੈ। ਚਲੋ ਚੱਲੀਏ ਯਾਰ, ਛੱਡੋ ਇਹ ਖੇੜੇ ਨੂੰ, ਜਲਦੀ ਚਲੋ ਵਾਪਸ, ਦੇਰ ਨਾ ਲਾਓ, ਐਵੇਂ ਆਪਾਂ ਅਪਰਾਧੀ ਦੋਸ਼ੀ ਬਣ ਜਾਵਾਂਗੇ। ਇਮ ਬੋਲਤ ਤੂਰਨ ਹਟਿਆਏ ਤਰਾਸਤ ਖਰੇ ਭਏ ਨਿਜ ਥਾਏ। ਔਰ ਡਰਦੇ ਹੋਏ ਉਸ ਖੇੜੇ ਨੂੰ, ਉਸ ਮਨੋਰੰਜਨ ਨੂੰ ਚੰਗੀ ਤਰ੍ਹਾਂ ਦੇਖ ਕੇ ਨਹੀਂ ਆਏ। ਉੱਥੋਂ ਬਸ ਇੱਥੋਂ ਗਏ, ਉੱਥੇ ਗਏ ਤੇ ਉੱਥੋਂ ਕਾਹਲੀ ਨਾਲ ਡਰਦੇ ਵਾਪਸ ਮੁੜੇ ਆਏ। ਤੇ ਜਿੱਥੇ ਪਹਿਰੇ ਤੇ ਖੜੇ ਸੀ ਉੱਥੇ ਖੜ ਗਏ ਜੀ। ਗੁਰ ਸੋਵਤ ਪੀ ਜਾਗਤ ਸਦਾ ਜਿਨ ਤੇ ਛਿਪ ਹੈ ਬਾਤ ਨਾ ਕਦਾ। ਪਰ ਗੁਰੂ ਤਾਂ ਹਰ ਵੇਲੇ ਹੀ ਜਾਗਦਾ ਹੈ। ਸਤਿਗੁਰ ਮੇਰਾ ਜਾਗਤਾ ਹੈ ਦਿਓ, ਉਹ ਤਾਂ ਹਮੇਸ਼ਾ ਹੀ ਜਾਗਦਾ, ਉਹ ਤਾਂ ਸੁੱਤਾ ਵੀ ਜਾਗਦਾ ਹੈ, ਜਾਗਦਾ ਵੀ ਆਰਾਮ 'ਚ ਹੈ। ਇਸ ਕਰਕੇ ਉਹ ਤੋਂ ਕੋਈ ਗੱਲ ਕਿਵੇਂ ਛੁਪਾਈ ਜਾ ਸਕਦੀ ਹੈ। ਗਏ ਹੋਤੇ ਸੋ ਡਰ ਤਰ ਥਿਰੈ ਜੇ ਨਾ ਗਏ ਅਫਸੋਸੋ ਧਰੇ। ਹੁਣ ਜਿਹੜੇ ਗਏ ਸੀ ਉੱਥੇ ਉਹ ਡਰਦੇ ਹੋਏ ਵਾਪਸ ਆ ਗਏ ਜਾਂ ਡਰਦੇ ਰਹੇ, ਤੇ ਜਿਹੜੇ ਨਹੀਂ ਗਏ ਸੀਗੇ ਉਹ ਕਹਿੰਦੇ ਯਾਰ ਇਹ ਜਾਏ ਆਪਾਂ ਵੀ ਜਾ ਆਉਂਦੇ, ਕੀ ਫਰਕ ਪੈਣਾ ਸੀ। ਜਿਹੜੇ ਕੋਲੇ ਪਹਿਰੇ ਤੇ ਖੜੇ ਸੀਗੇ ਉਹ ਸੋਚੀ ਜਾਂਦੇ ਆਪਾਂ ਵੀ ਵਗ ਜਾਂਦੇ, ਪਰ ਜਿਹੜੇ ਜਾ ਕੇ ਆਏ ਆ ਉਹਨਾਂ ਨੂੰ ਉੱਥੇ ਜਾ ਕੇ ਡਰ ਲੱਗਣ ਲੱਗਿਆ। ਇਹਨਾਂ ਦੋਹਾਂ ਦੀ ਸੋਚ ਇਉਂ ਸੋਚਣ ਲੱਗੇ। ਪਿੱਕੇ ਆਏ ਗਏ ਜਮਾਬੈ ਹੰਪੀ ਜਾਤ ਬਿਲੋਪਤ ਤਬੈ। ਇਹ ਤਾਂ ਵੇਖ ਹੀ ਆਏ ਤੇ ਆਪਾਂ ਵੀ ਵੇਖੇ ਆਉਂਦੇ, ਆਪਾਂ ਨੂੰ ਕੀ ਹੁੰਦਾ ਸੀ। ਫਿਰੇ ਰਹੇ ਕਿਆ ਤੁਮਨੇ ਪਾਇਓ ਦਿਖੇ ਤਮਾਸ਼ਾ ਬਾਦ ਗਵਾਇਓ। ਔਰ ਉਹ 5 ਆਪਸ ਵਿੱਚ ਗੱਲਾਂ ਕਰਦੇ ਆ, ਆਪਾਂ ਇੱਥੇ ਖੜੇ ਰਹੇ ਐਵੇਂ ਆਪਾਂ ਵੀ ਦੇਖੇ ਆਉਂਦੇ, ਤਮਾਸ਼ਾ ਟੱਪ ਗਿਆ ਸਾਰਾ। ਤੇ ਸੋ ਪਤਰ ਹੈ ਅਬ ਤਾਈ ਇਮ ਪੰਚੋ ਨਿਸ ਝੂਰ ਬਿਤਾਈ। ਔਰ ਦੇਖੋ ਗੁਰੂ ਸਾਹਿਬ ਤਾਂ ਹਜੇ ਵੀ ਸੁੱਤੇ ਪਏ ਨੇ, ਇਹ ਵੇਖ ਕੇ ਵੀ ਮੁੜ ਆਏ। ਜਿਹੜੇ 5 ਇੱਥੇ ਖੜੇ ਸੀ ਉਹ ਆਈ ਪਛਤਾਉਂਦੇ ਰਹੇ ਯਾਰ ਆਪਾਂ ਵੀ ਦੇਖ ਆਉਂਦੇ, ਆਪਾਂ ਕਿਉਂ ਨਾ ਗਏ। ਭਾਈ ਪਰਾਤ ਨਿਜ ਡੇਰੇ ਗਏ ਸੋਚ ਸਨਾਨ ਗੁਰੂ ਤਨ ਕਏ। ਤਾਂ ਦਿਨ ਚੜ ਗਿਆ ਦੂਜਾ। ਜੇ ਪਹਿਰੇਦਾਰ ਸੀਗੇ ਗੁਰੂ ਪਿਆਰਿਓ ਉਹ ਆਪਣੇ ਤੰਬੂਆਂ 'ਚ ਗਏ, ਇਸ਼ਨਾਨ ਆਦਿ ਕੀਤਾ, ਸਤਿਗੁਰਾਂ ਨੇ ਵੀ ਇਸ਼ਨਾਨ ਕੀਤਾ। ਦੂਸਰਾ ਦੀਵਾਨ ਸਜਿਆ ਹੈ। ਲਗੇ ਦੀਵਾਨ ਸੋ ਸਕਲ ਬੁਲਾਏ ਬੂਝੇ ਨਿਸਮੇ ਕਿਆ ਸਿਧਾਏ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਦੀਵਾਨ ਸਜਾਇਆ ਨਾ, ਤੜਕੇ ਦੂਜੇ ਦਿਨ ਉਹ 10 ਹੀ ਪਹਿਰੇਦਾਰ ਸੱਦ ਲਏ ਔਰ ਕਹਿੰਦੇ ਇੱਧਰ ਆਓ ਵੀ ਤੁਸੀਂ।
ਰਾਤ ਕਿੱਥੇ ਗਏ ਸੀ? किम किम आपस में तुम पाखी कहो साच हम सबके साखी। ਔਰ ਮੈਨੂੰ ਸਾਰਾ ਪਤਾ ਹੈ, ਆਪਦੇ ਮੂੰਹੋਂ ਦੱਸੋ ਵੀ ਰਾਤ ਨੂੰ ਤੁਸੀਂ ਕੀ ਸਲਾਹਾਂ ਕੀਤੀਆਂ ਸੀ? दोहा तेरा तब साच बखानी जिम बीती जिम पाखी बानी। ਔਰ ਉਹਨਾਂ ਪੰਜਾਂ ਨੇ ਆਪੋ ਆਪਣੀ ਗੱਲ ਦੱਸੀ। ਕਹਿੰਦੇ ਮਹਾਰਾਜ ਅਸੀਂ 5 ਜਣੇ ਚਲੇ ਗਏ, ਪਰ ਉੱਥੇ ਜਾ ਕੇ ਅਸੀਂ ਡਰ ਗਏ। ਧਿਆਨ ਸਾਡਾ ਸੋਡੇ 'ਚ ਰਿਹਾ, ਖੇੜਾ ਕਿਹੜਾ ਵੇਖਣਾ ਸੀਗਾ, ਤਮਾਸ਼ਾ ਵੇਖਣ ਚਲੇ ਤਾਂ ਗਏ, ਪਰ ਅਸੀਂ ਵੇਖ ਨਹੀਂ ਸਕੇ। ਉੱਥੇ ਖੜੇ ਡਰਦੇ ਰਹੇ ਤੇ ਮੁੜ ਆਏ। ਤੇ ਦੂਜਿਆਂ ਨੂੰ ਪੁੱਛਿਆ ਵੀ ਤੁਸੀਂ? ਕਹਿੰਦੇ ਜੀ ਅਸੀਂ ਗਏ ਤਾਂ ਨਹੀਂ। ਕਹਿੰਦੇ ਗਏ ਤਾਂ ਨਹੀਂ, ਤੁਹਾਡੇ ਅੰਦਰ ਕੀ ਚੱਲਦਾ ਸੀ ਉਹ ਧਿਆਨ 'ਚ ਦੱਸੋ। ਕਹਿੰਦੇ ਜੀ ਚੱਲਦਾ ਤਾਂ ਸਾਡੇ ਵਿੱਚ ਵੀ ਇਹੀ ਸੀਗਾ ਵੀ ਯਾਰ ਆਪਾਂ ਵੀ ਵੇਖ ਆਉਂਦੇ, ਕੀ ਫਰਕ ਪੈਣਾ ਸੀ। श्री गुर सुन कर सबन सुनाए निकटे दूर दूर निकटाए। ਤੇ ਉੱਥੇ ਫਿਰ ਪਾਤਸ਼ਾਹ ਨੇ ਉਚਾਰਨ ਕੀਤਾ ਬਚਨ, ਨੇੜੇ ਦੂਰ ਹੈ ਤੇ ਦੂਰ ਵਾਲੇ ਨੇੜੇ ਆ। ਗੱਲ ਤਾਂ ਧਿਆਨ ਦੀ ਹੈ ਨਾ। ਜੇ ਧਿਆਨ ਇੱਥੇ ਹੈ ਫਿਰ ਤੁਸੀਂ ਘਰੇ ਬੈਠੇ ਵੀ ਸ਼ਾਇਦ ਧਿਆਨ ਕਰਕੇ ਇੱਥੇ ਆ ਜਾਓ, ਤੇ ਜੇ ਇੱਥੇ ਬੈਠ ਕੇ ਧਿਆਨ ਘਰੇ ਚਲਿਆ ਗਿਆ ਤਾਂ ਇੱਥੇ ਪਹੁੰਚ ਕੇ ਵੀ ਪਹੁੰਚੇ ਨਹੀਂ। ਕਹੋ ਸਤਨਾਮ। वाहिगुरु। ਪਾਤਸ਼ਾਹ ਕਹਿੰਦੇ ਨੇੜੇ ਵਾਲੇ ਦੂਰ ਹੈ ਤੇ ਦੂਰ ਵਾਲੇ ਨੇੜੇ ਹਨ। गए जो तिनको मन हम पाही गए ना तिन मन खेडे माही। ਔਰ ਜਿਹੜੇ ਗਏ ਸੀ 5 ਜਣੇ, ਉਹਨਾਂ ਦਾ ਮਨ ਮੇਰੇ ਕੋਲੇ ਰਹਿ ਗਿਆ, ਮੈਨੂੰ ਯਾਦ ਕਰਦੇ ਰਹੇ। ਇਸ ਕਰਕੇ ਉਹ ਮਨ ਕਰਕੇ ਗਏ ਨਹੀਂ, ਉਹ ਹਾਜ਼ਰ ਹਨ। ਔਰ ਹਾਜ਼ਰ ਹੈ, ਹਾਜ਼ਰ ਗੈਰ ਹਾਜ਼ਰ ਹੈ, ਗੈਰ ਹਾਜ਼ਰ ਹਾਜ਼ਰ ਹੈ। ਇੱਦਾਂ ਵੀ ਭਾਈ ਸਾਹਿਬ ਨੇ ਲਿਖਿਆ ਇੱਕ ਥਾਂ ਤੇ, ਹਾਜ਼ਰ ਹੈ, ਗੈਰ ਹਾਜ਼ਰ ਹੈ, ਗੈਰ ਹਾਜ਼ਰ ਹਾਜ਼ਰ ਹੈ। ਜਿਹੜੇ ਗਏ ਸੀ ਉਹਨਾਂ ਦਾ ਮਨ ਨਹੀਂ ਗਿਆ, ਉਹ ਮੇਰੇ ਕੋਲ ਹਨ। सुन सब साच साच कह मानी धन धन सत गुरु गुर खानी। ਔਰ ਜਿਹੜੇ ਨਹੀਂ ਗਏ ਉਹ ਮਨ ਕਰਕੇ ਤਮਾਸ਼ੇ 'ਚ ਫਿਰਦੇ ਨੇ, ਇਸ ਕਰਕੇ ਉਹ ਇੱਥੇ ਹਾਜ਼ਰ ਨਹੀਂ ਹੈਗੇ। ਤਾਂ ਉਸੇ ਤਰ੍ਹਾਂ ਹੀ ਜਿਵੇਂ ਬਾਬੇ ਨਾਨਕ ਜੀ ਨੇ ਮਸਜਿਦ ਦੇ ਵਿੱਚ ਕਾਜੀ ਤੇ ਨਵਾਬ ਨੂੰ ਕਿਹਾ ਸੀਗਾ ਕਿ ਤੁਸੀਂ ਨਮਾਜ਼ ਕੀਤੀ ਕੋਈ ਨਹੀਂ, ਉਹ ਕਹਿੰਦੇ ਸਾਹਮਣੇ ਤਾਂ ਖੜੇ ਆ ਮਸਜਿਦ ਦੇ, ਤੁਸੀਂ ਨਹੀਂ ਨਮਾਜ਼ ਕੀਤੀ, ਤੁਸੀਂ ਬੈਠੇ ਰਹੇ, ਅਸੀਂ ਨਮਾਜ਼ ਕਰਦੇ ਰਹੇ। ਕਹਿੰਦੇ ਨਹੀਂ ਕੀਤੀ। ਤਾਂ ਦੌਲਤ ਖਾਨ ਰਾਜਾ ਪੁੱਛਦਾ ਕਿਉਂ ਨਹੀਂ ਕੀਤੀ? ਕਹਿੰਦੇ ਰਾਜਾ ਸਾਹਿਬ ਮਨ ਕਿੱਥੇ ਸੀ ਉਹ ਦੱਸੋ। ਮਨ ਇੱਥੇ ਸੀ। ਕਹਿੰਦੇ ਨਹੀਂ, ਸੋਚੋ ਮਾੜਾ ਜਿਹਾ ਬੈਕ ਜਾ ਕੇ, ਤੁਹਾਡਾ ਮਨ ਕਾਬਲ ਕੰਧਾਰ ਗਿਆ ਸੀ ਘੋੜੇ ਵੇਖਣ ਵਾਸਤੇ। ਤੁਰੰਤ ਇਹਦਾ ਦਿਮਾਗ ਘੁੰਮਿਆ ਜਰ। ਹਾਂ, ਕਹਿੰਦੇ ਫੁਰਨਾ ਤਾਂ ਆਇਆ ਸੀਗਾ ਕਾਬਲ ਕੰਧਾਰ ਦਾ, ਘੋੜਿਆਂ ਦਾ। ਕਹਿੰਦੇ ਹਾਂ ਜੀ, ਇਹ ਫੁਰਨਾ ਤਾਂ ਆਇਆ ਸੀ। ਕਹਿੰਦੇ ਬਸ ਇਸੇ ਨੇ ਤਾਂ ਕੰਮ ਕਰਨਾ ਸੀਗਾ, ਇਹ ਤਾਂ ਉੱਥੇ ਫਿਰਦਾ ਕਾਬਲ ਕੰਧਾਰ ਦੇ ਵਿੱਚ, ਇਕੱਲੇ ਬੁੱਤ ਨੇ ਥੋੜ੍ਹਾ ਨਮਾਜ਼ ਕਰਨੀ ਆ। ਤੇ ਕਾਜੀ ਸਿਆਣਾ ਜਿਹਾ ਬਣਨ ਲੱਗਿਆ, ਕਹਿੰਦਾ ਮੇਰੇ ਨਾਲ ਕਰ ਲੈਂਦੇ। ਬਾਬਾ ਕਹਿੰਦੇ ਚੁੱਪ ਰਹਿ, ਢੱਕਿਆ ਰਹਿ, ਤੂੰ ਵੀ ਇੱਥੇ ਹੈ ਨਹੀਂ ਸੀਗਾ। ਕਹਿੰਦੇ ਮੈਂ ਇੱਥੇ ਸੀ, ਮੈਂ ਕਿੱਥੇ ਸੀਗਾ। ਔਰ ਰਾਜਾ ਹੱਸ ਪਿਆ ਦੌਲਤ ਖਾਨ, ਕਹਿੰਦਾ ਕਾਜੀ ਸਾਹਿਬ ਸੱਚ ਬੋਲਿਓ। ਇਹ ਤਾਂ ਬੰਦਾ ਬੁੱਝ ਲੈਂਦਾ, ਨਾਨਕ ਤਾਂ ਬੁੱਝ ਲੈਂਦਾ ਸਾਰੀਆਂ ਗੱਲਾਂ। ਉਹਨੇ ਫੇਰ ਨਾ ਮੰਨਿਆ। ਤੇ ਬਾਬਾ ਕਹਿੰਦੇ ਤੁਹਾਡੇ ਘਰ ਦੇ ਵਿਹੜੇ 'ਚ ਕੋਈ ਖੂਹੀ, ਕੋਈ ਖੱਡਾ, ਕੋਈ ਟੋਹਾ ਪੱਟਿਆ ਹੋਇਆ? ਕਹਿੰਦਾ ਜੀ ਪੱਟਿਆ ਤਾਂ ਹੈ। ਕਹਿੰਦੇ ਰਾਤ ਘੋੜੀ ਸੂਈ ਆ? ਹੁਣ ਰਾਤ ਨੂੰ ਕਿਹੜਾ ਬਾਬੇ ਨੇ ਪੁੱਛ ਲਿਆ ਇਦੋਂ ਪਹਿਲਾਂ ਘੋੜੀ ਬਾਰੇ ਕਿਹੜਾ ਗੱਲ ਚਲਾਤੀ? ਕਹਿੰਦੇ ਜੀ ਘੋੜੀ ਵੀ ਰਾਤ ਸੂਈ ਆ। ਕਹਿੰਦੇ ਤੇਰਾ ਮਨ ਤਾਂ ਬਸ਼ੇਰੇ ਦੇ ਮਗਰ ਫਿਰਦਾ ਸੀਗਾ ਵੀ ਬਸ਼ੇਰਾ ਹਜੇ ਤਾਜ਼ਾ ਹੁਣੇ ਸੂਇਆ, ਛੋਟਾ ਹੈ, ਕਿਤੇ ਖੱਡੇ ਵਿੱਚ ਖੂਹੀ ਵਿੱਚ ਨਾ ਡਿੱਗ ਪਵੇ। ਰਾਜਾ ਹੱਸ ਕਹਿੰਦਾ ਕਾਜੀ ਸਾਹਿਬ ਗਿਆ ਸੀ ਧਿਆਨ? ਕਹਿੰਦਾ ਜੀ ਗਿਆ ਤਾਂ ਸੀਗਾ। ਫਿਰ ਬਾਬਾ ਜੀ ਕਹਿੰਦੇ ਇਹਨੇ ਕਰਨਾ ਸੀ ਅਸਲ ਵਿੱਚ, ਇੱਥੇ ਮਸਜਿਦ ਦੇ ਵਿੱਚ ਨਵਾਜ਼ ਇਹਨੇ ਮਨ ਨੇ ਕਰਨੀ ਸੀ, ਮਨ ਨਵਾਜ਼ ਦੇ ਵਿੱਚ ਹੈ ਨਹੀਂ। ਤੇ ਤੁਸੀਂ ਮੈਨੂੰ ਕਹਿੰਦੇ ਸਾਡੇ ਨਾਲ ਨਵਾਜ਼ ਕਰੋ, ਚੱਲ ਕੇ ਫਿਰ ਮੈਂ ਕਿਹਦੇ ਨਾਲ ਕਰਦਾ? ਮੈਂ ਵੀ ਖੜਾ ਰਿਹਾ ਜੇ ਤੁਸੀਂ ਹੈ ਨਹੀਂ ਸੀ ਇੱਥੇ। ਤਾਂ ਇਸੇ ਤਰ੍ਹਾਂ ਹੀ ਬਾਬਾ ਜੀ ਨੇ ਇਹ ਬਚਨ ਉਚਾਰਿਆ, ਗੈਰ ਹਾਜ਼ਰ ਹਾਜ਼ਰ ਹੈ, ਹਾਜ਼ਰ ਗੈਰ ਹਾਜ਼ਰ ਹੈ। ਤੇ ਉਹਨਾਂ ਪੰਜਾਂ ਨੇ ਗੱਲ ਮੰਨ ਵੀ ਲਈ ਕਿ ਮਹਾਰਾਜ ਇੱਦਾਂ ਹੀ ਹੋਇਆ। ਜਿਹੜੇ ਗਏ ਸੀਗੇ ਉਹਨਾਂ ਦਾ ਧਿਆਨ ਪਿੱਛੇ ਰਹਿ ਗਿਆ, ਜਿਹੜੇ ਨਹੀਂ ਗਏ ਉਹਨਾਂ ਦਾ ਧਿਆਨ ਤਮਾਸ਼ੇ ਵਿੱਚ ਚਲਿਆ ਗਿਆ ਸੀ ਦੋਹਰਾ। ਸੋ ਬਰਖਾ ਕਰ ਕਨ ਗਏ ਖੇਤੀ ਲੈ ਪਕਾਏ। ਤੋਂ ਪਿੱਛੇ ਆਪਾਂ ਕਥਾ ਪੜ੍ਹੀ ਸੀ ਗੁਰੂ ਪਿਆਰਿਓ, ਬਈ ਔੜ ਲੱਗ ਗਈ ਸੀ। ਇਹ ਜੰਗਲ ਦੇ ਇਲਾਕੇ 'ਚ ਕਾਲ ਬੜਾ ਪੈਂਦਾ ਸੀਗਾ, ਕਈ ਸਾਲ ਨਹੀਂ ਸੀ ਕਾਲ ਟੁੱਟਦਾ, ਪਸ਼ੂ ਪੰਛੀ ਲੋਕ ਮਰ ਜਾਂਦੇ ਸੀ। ਤੇ ਇੱਕ ਵਾਰੀ ਗੁਰੂ ਸਾਹਿਬ ਨੂੰ ਇਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਕਾਲ ਪੈ ਗਿਆ। ਤੇ ਸਤਿਗੁਰੂ ਪਾਤਸ਼ਾਹ ਨੇ ਭਾਈ ਡੱਲੇ ਨੂੰ ਕਿਹਾ, ਉਹ ਡੱਲਿਆ, ਹਾਂ ਮਹਾਰਾਜ ਇਹਦੇ ਅੰਦਰ ਦੇ ਮਾਰ 4 ਛਿੱਤਰ, ਇਹਨੂੰ ਕਹਿ ਮੀਂਹ ਪਾਵੇ। ਇਹਨੂੰ ਪਤਾ ਨਹੀਂ ਗਾ ਗੁਰੂ ਸਾਹਿਬ ਇੱਥੇ ਆਏ ਹੋਏ ਹੈ।
ਜਿੱਥੇ ਜਾਏ ਵਾਹੇ ਮੇਰਾ ਸਤਿਗੁਰ ਸੋ ਥਾਨ ਸੁਹਾਵਾ ਰਾਮ ਰਾਜੇ। ਇਹ ਡਰਦਾ ਨਹੀਂ ਹੈਗਾ। ਡੱਲੇ ਨੇ ਪਾਤਸ਼ਾਹ ਦੇ ਕਹਿਣ ਤੇ 7 ਵਾਰੀ ਛਤਰ ਆਕਾਸ਼ ਕੰਨੀ ਮਾਰਿਆ ਤੇ ਨਾਲੇ ਇੰਦਰ ਦੇਵਤੇ ਨੂੰ ਝਿੜਕਾਂ ਮਾਰੀਆਂ, ਕਹਿਣ ਤੂੰ ਡਰਦਾ ਨਹੀਂ ਓਏ, ਮੀਂਹ ਪਾ। ਇਹਨਾਂ ਸਾਰੀ ਦੁਨੀਆ ਡਰਦੀ ਹੈ ਤੇ ਪਾਤਸ਼ਾਹ ਨੇ ਬਾਬੇ ਨਾਨਕ ਦਾ ਬਚਨ ਉਚਾਰ ਕੇ ਸੁਣਾਇਆ ਆਸਾ ਦੀ ਵਾਰ ਦਾ। ਭੈ ਵਿੱਚ ਪਵਨ ਬਹਿ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੀ ਆਗਾਸ, ਸਫਲਿਆਂ ਭਉ ਲਿਖਿਆ ਸਿਰ ਲੇਖ, ਭੈ ਵੀ ਜੋਧ ਮਹਾਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ, ਸਗਲਿਆਂ ਭਉ ਸਾਰਿਆਂ ਦੇ ਸਿਰ ਤੇ ਰੱਬ ਦਾ ਹੁਕਮ ਡਰ ਚੱਲਦਾ। ਸਗਲਿਆਂ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਇੱਕ ਸਿਰ ਸਿੱਖ ਏਕ। ਬਸ ਇੱਕ ਉਹ ਹੀ ਕਿਸੇ ਤੋਂ ਡਰਦਾ ਨਹੀਂ, ਸਾਰੇ ਉਹਦੇ ਭਉ ਅੰਦਰ ਹਨ। ਇੰਦਰਾ ਤੂੰ ਕਿਉਂ ਨਹੀਂ ਡਰਦਾ ਬਈ, ਮੀਂਹ ਪਾ। ਉਸੇ ਵੇਲੇ ਜਿਹੜਾ ਸੀਗਾ ਔੜ ਜਿਹੜੀ ਖਤਮ ਹੋ ਗਈ, ਕਾਲ ਟੁੱਟ ਗਿਆ ਤੇ ਮੀਂਹ ਪੈਣ ਲੱਗਿਆ। ਸੋ ਬਰਖਾ ਕਰ ਘਰ ਗਏ, ਖੇਤੀ ਲਈ ਪਕਾਏ। ਤੇ ਉਹ ਜਿਨ੍ਹਾਂ ਨੇ ਆ ਕੇ ਨਗਰ ਨਿਵਾਸੀਆਂ ਨੇ ਬੇਨਤੀ ਕੀਤੀ ਸੀ, ਪਾਤਸ਼ਾਹ ਨੇ ਤੁਰੰਤ ਹੀ ਮੀਂਹ ਪਵਾ ਦਿੱਤਾ ਤੇ ਉਹ ਨਗਰ ਨਿਵਾਸੀ ਆਪਣੇ ਘਰਾਂ ਨੂੰ ਚਲੇ ਗਏ ਤੇ ਆਪਣੀ ਫਸਲ ਦੀ ਸੰਭਾਲ ਕੀਤੀ। ਖੇਤੀ ਪੱਕ ਗਈ ਜੀ। ਇਤਕ ਮਾਸ ਬੀਤੇ ਬਹਰਾ, ਬਾਰ ਬੂੰਦ ਨਹਿ ਪਾਏ। ਔਰ ਇਸ ਤਰ੍ਹਾਂ ਖੇਤੀ ਪੱਕ ਗਈ। ਉਸ ਤੋਂ ਬਾਅਦ ਫੇਰ ਕਹਿੰਦੇ ਕਾਫੀ ਸਮਾਂ ਮੀਂਹ ਨਾ ਪਿਆ। ਭਾਈ ਗ੍ਰਾਮ ਨਿਕਟ ਕੇ ਸਰ ਸੁਸਕਾਨੇ, ਪਸ਼ੂ ਮਨੁੱਖ ਜੈ ਪਾਣੀ ਪਾਨੇ। ਔਰ ਇਸ ਤਰ੍ਹਾਂ ਪਿੰਡਾਂ ਦੇ ਜਿਹੜੇ ਸਰੋਵਰ ਸੀ, ਸਰ ਕਹਿੰਦੇ ਆ ਢਾਬਾਂ ਨੂੰ, ਛੱਪੜ ਵੀ ਕਹਿ ਦਿੰਦੇ ਆ। ਵੈ ਛੱਪੜ ਗੰਦੇ ਪਾਣੀ ਵਾਸਤੇ ਨਾਮ ਵਰਤਿਆ ਜਾਂਦਾ। ਢਾਬ ਕਹਿੰਦੇ ਸੀਗੇ, ਸਰ ਕਹਿੰਦੇ ਸੀ, ਸਰੋਵਰ ਕਹਿੰਦੇ ਸੀ, ਤਲਾਅ ਕਹਿੰਦੇ ਸੀ। ਕਹਿੰਦੇ ਉਹਨਾਂ ਦੇ ਪਾਣੀ ਵੀ ਸੁੱਕ ਗਏ ਜੀ। ਸ੍ਰੀ ਗੁਰੂ ਸੁਨ ਡੱਲੇ ਕੀ ਬਾਤ, ਕਹੀ ਤੁਰਕ ਸੋ ਲਿਖ ਵਿਖਿਆਤ। ਇਸ ਤਰ੍ਹਾਂ ਗੁਰੂ ਪਿਆਰਿਓ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਡੱਲੇ ਨੂੰ ਕਿਹਾ, ਸ੍ਰੀ ਗੁਰੂ ਸੁਨ ਡੱਲੇ ਕੀ ਬਾਤ, ਕਹੀ ਤੁਰਕ ਸੋ ਲਿਖ ਵਿਖਿਆਤ। ਫਿਰ ਡੱਲੇ ਨੂੰ ਗੱਲ ਦੱਸੀ ਆ, ਡੱਲੇ ਦੀ ਗੱਲ ਦੱਸੀ ਆ ਸਤਿਗੁਰਾਂ ਨੂੰ। ਉਹ ਸਿੱਖ ਨੇ ਆ ਕੇ ਮਹਾਰਾਜ ਜੀਵਨ ਮਰਨ ਗੁਰੂ ਕੇ ਸੰਗ, ਪਠੇ ਚਮਕ ਤਬ ਘਾਲੇ ਜੰਗ। ਕੀ ਲਿਖਿਆ ਡੱਲੇ ਨੇ, ਕੀ ਚਿੱਠੀ ਦਾ ਜਵਾਬ ਭੇਜਿਆ ਹੈ? ਤਾਂ ਉਹ ਸਿੱਖ ਕਹਿਣ ਲੱਗਿਆ, ਮਹਾਰਾਜ ਡੱਲੇ ਨੇ ਚਿੱਠੀ ਦਾ ਜਵਾਬ ਭੇਜਤਾ ਕਿ ਅਸੀਂ ਜਿਉਂਦੇ ਮਰਦੇ ਹਮੇਸ਼ਾ ਗੁਰੂ ਦੇ ਨਾਲ ਰਹਾਂਗੇ। ਤੂੰ ਜਿਹੜੀ ਫੌਜ ਭੇਜਣੀ ਆ ਭੇਜ ਦੇ। ਇਤੇ ਆਦਿਕ ਜਬ ਸਿੰਘ ਸੁਨਾਈ, ਅਦਿਕ ਪ੍ਰਸੰਨ ਭਏ ਗੋਸਾਈ। ਤੇ ਉਹ ਸੂਹੀਏ ਸਿੱਖ ਦੇ ਕੋਲੋਂ ਇਹ ਸਾਰੀ ਗੱਲ ਸੁਣ ਕੇ ਜਿਹੜਾ ਕਿ ਜੱਜਮੈਂਟ ਕਰਕੇ ਆਇਆ ਸੀ ਡੱਲੇ ਦੀ, ਜਿਵੇਂ ਪਿੱਛੇ ਡਰਦੇ ਸੀਗੇ ਕਿ ਇੱਥੇ ਡੱਲਾ ਡਰਦਾ ਕਿ ਨਹੀਂ ਡਰਦਾ, ਵਜੀਦੇ ਦਾ ਹੁਕਮ ਸੁਣ ਕੇ ਕੀ ਜਵਾਬ ਦਿੰਦਾ ਹੈ, ਉਹ ਸਾਰਾ ਜਵਾਬ ਜਾਂ ਸਿੱਖ ਨੇ ਆ ਕੇ ਗੁਰੂ ਸਾਹਿਬ ਨੂੰ ਦੱਸਿਆ। ਕਹਿੰਦੇ ਗੁਰੂ ਸਾਹਿਬ ਬੜੇ ਖੁਸ਼ ਹੋਏ ਜੀ। ਜਬ ਡੱਲਾ ਗੁਰ ਡਿਗ ਚਲ ਆਇਓ, ਬੈਠ ਗਿਓ ਪਗ ਸੀਸ ਨਿਵਾਇਓ। ਤੇ ਜਿਸ ਵੇਲੇ ਉਸ ਤੋਂ ਬਾਅਦ ਡੱਲਾ ਗੁਰੂ ਸਾਹਿਬ ਦੇ ਕੋਲ ਪਹੁੰਚਿਆ, ਆ ਕੇ ਮੱਥਾ ਟੇਕਦਾ ਹੈ ਤੇ ਚਰਨਾਂ ਵਿੱਚ ਬਹਿੰਦਾ ਹੈ। ਭਈ ਪ੍ਰਸੰਨ ਕਿਰਪਾਲ ਬਖਾਨਾ, ਤੋ ਸੰਗ ਬੰਦਬ ਚਮੋ ਮਹਾਨਾ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਤੇਰੇ ਪਾਸ ਤਾਂ ਭਾਈ ਫੌਤ ਫੌਜ ਹੈ ਡੱਲਿਆ। ਰੋਜ ਗੁਰੂ ਸਰਕਾਰ ਜੋ ਵਰਤੇ, ਸਭ ਚਾਕਰ ਜਿਮ ਲੈਬੋ ਕਰਤੇ। ਕਹਿਣ ਲੱਗੇ ਜਿਸ ਤਰ੍ਹਾਂ ਸਰਕਾਰ ਆਪਣੀਆਂ ਫੌਜਾਂ ਨੂੰ ਤਨਖਾਹ ਦਿੰਦੀ ਆ, ਰੋਜ਼ ਗੁਰੂ ਸਰਕਾਰ ਜੋ ਵਰਤੇ ਤੇ ਜੋ ਸਰਕਾਰੋਂ ਰੋਜ਼ਾਨਾ ਵਰਤਦਾ ਹੈ, ਸਾਰੇ ਨੌਕਰੀ ਲੈਂਦੇ ਹਨ। ਤਿਮ ਤੋ ਗਿਨ ਨਿਜ ਸੰਗ ਜਤੇਕਾ, ਲੀਜੇ ਆਪਣੋ ਰੋਜ ਤਤੇਕ। ਤੂੰ ਆਪਣੀ ਫੌਜ ਨਾਲ ਰੱਖ ਆਪਣੇ, ਤੇ ਮੇਰੇ ਕੋਲੋਂ ਉਹਨਾਂ ਨੂੰ ਰੋਜ਼ਾਨਾ ਦਿਹਾੜੀ ਤਨਖਾਹ ਦੇ ਦਿਆ ਕਰ ਲੈ ਕੇ। ਨਿਜ ਬੰਦਪ ਬੈਰਾੜਨ ਦੀਜੈ, ਸਭ ਕੋ ਚਿਤ ਆਨੰਦ ਜੁਤ ਕੀਜੈ। ਆਪਣੇ ਸੰਬੰਧੀਆਂ ਨੂੰ, ਬਰਾੜਾਂ ਨੂੰ, ਸਾਰਿਆਂ ਨੂੰ ਨਾ ਖਰਚਾ ਦੇ ਦਿਆ ਕਰ, ਤਨਖਾਹ ਦੇ ਦਿਆ ਕਰ, ਖੁਸ਼ ਰੱਖ ਸਭ ਨੂੰ। ਇਸ ਤੇ ਬਿਨਾ ਆਨ ਅਭਿਲਾਖਾ, ਸੋਪੀ ਦੇ ਕਰੋ ਨਿਜ ਭਾਖਾ। ਇਸ ਤੋਂ ਬਗੈਰ ਜੇ ਹੋਰ ਕੋਈ ਇੱਛਾ ਤੇ ਉਹ ਵੀ ਦੱਸ ਦੇ, ਮੈਂ ਤੈਨੂੰ ਉਹ ਵੀ ਦੇ ਦਿਆ ਕਰਾਂਗਾ। ਸੁਨ ਡੱਲਾ ਬੈਰਾੜ ਉਦਾਰਾ, ਤੁਝ ਪਰ ਹਿਰਦਾ ਪ੍ਰਸੰਨ ਹਮਾਰਾ। ਤੋ ਡੱਲਾ ਵੀ ਬਰਾੜ ਹੈ,
ਡੱਲਾ ਕਹਿਣ ਲੱਗਿਆ ਮਹਾਰਾਜ ਤੁਹਾਡਾ ਹਿਰਦਾ ਸਾਡੇ ਤੇ ਖੁਸ਼ ਹੈ। करो कामना सो कह दे हम ते करो जाचना ले। ਕੋਈ ਗੱਲ ਨਹੀਂ ਮਹਾਰਾਜ, ਤੁਸੀਂ ਜੋ ਕਹੋਗੇ ਅਸੀਂ ਉਵੇਂ ਕਰ ਲਵਾਂਗੇ, ਸਾਡੇ ਪਾਸੋਂ ਜੋ ਮੰਗਣਾ ਮੰਗ ਲਓ। सुन डले कर जोर उचारी पातशाह चाहिए ते अब बारी। ਔਰ ਡੱਲਾ ਕਹਿਣ ਲੱਗਿਆ ਮਹਾਰਾਜ ਹੋਰ ਕੁਛ ਨਹੀਂ ਚਾਹੀਦਾ, ਸਾਨੂੰ ਮੀਂਹ ਚਾਹੀਦਾ, ਬਸ ਪਾਣੀ ਚਾਹੀਦਾ, ਇੱਥੇ ਕਾਲ ਨਹੀਂ ਪੈਣਾ ਚਾਹੀਦਾ। पश पंछी मानव समुदाया बिना नीर ते होए बिकुलाया। ਆ ਵੇਖੋ ਕਈ ਮਹੀਨੇ ਪਏ ਹੋ ਗਏ ਫੇਰ ਮੀਂਹ ਪੈ ਨਹੀਂ ਪਿਆਗਾ, ਫੇਰ ਕਾਲ ਪੈ ਗਿਆ ਹੈ। ਪਸ਼ੂ ਪੰਛੀ ਮਨੁੱਖ ਸਾਰੇ ਵਿਆਕਲ ਹੋ ਗਏ ਹਨ। जी प्रसन्न बरखा देहो अबै टोबे पूरे लहे सुख सबै। ਔਰ ਜੇ ਤੁਸੀਂ ਖੁਸ਼ ਹੋ ਤਾਂ ਮੀਂਹ ਪਵਾ ਦਿਓ, ਸਾਰੇ ਟੋਬੇ ਢਾਬਾਂ ਤਲਾਅ ਸਰੋਵਰ ਪਾਣੀ ਨਾਲ ਭਰ ਜਾਣ। सुन कर ऐसे प्रभु चारा मुहे कहा हम काक मजारा। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਇਹ ਕਿਹੜਾ ਸਾਡੀ ਕੱਛ ਵਿੱਚ ਰੱਖਿਆ ਹੋਇਆ ਹੈ। ਹੱਸ ਕੇ ਹੋਏ ਮਜ਼ਾਕ ਦੇ ਵਿੱਚ ਕਹਿੰਦੇ ਡੱਲੇ ਨੂੰ ਇਹ ਮੀਂਹ ਕਿਹੜਾ ਸਾਡੀ ਕੱਛ ਵਿੱਚ ਨੱਪ ਕੇ ਰੱਖਿਆ ਹੈ। जिस ते अब निकास कर दे है अपर कामना जाचन ले है। ਕੁਛ ਹੋਰ ਮੰਗ ਲੈ, ਮੈਂ ਤੈਨੂੰ ਹੁਣ ਇੱਥੇ ਆਪਣੀ ਜੇਬ ਚੋਂ ਖੀਸੇ ਚੋਂ ਕਾਚੋਂ ਕੱਢ ਕੇ ਮੀਂਹ ਪਾ ਦਿਆਂ। ਕੁਛ ਹੋਰ ਮੰਗ ਜੇ ਮੰਗਣਾ ਤਾਂ। इम कै सुन होए सब माना कितक समय थिर गापन पाना। ਔਰ ਸਾਰੇ ਚੁੱਪ ਕਰ ਗਏ। ਬਾਬਾ ਜੀ ਨੇ ਇਹ ਕੀ ਕਹਿ ਦਿੱਤਾ ਵੀ ਇਹ ਤਾਂ ਬੜੇ ਖੁਸ਼ੀ ਖੁਸ਼ੀ ਕਹਿੰਦੇ ਚੰਗਾ ਵੀ ਬਖਸ਼ਿਆ, ਜੋ ਮਰਜ਼ੀ ਮੰਗ ਲਓ ਬਖਸ਼ਿਆ, ਆ ਮੀਂਹ ਨੂੰ ਕਿਉਂ ਐਦਾਂ ਕਹਿ ਦਿੱਤਾ। ਫਿਰ ਸਾਰੇ ਚੁੱਪ ਕਰ ਗਏ ਤੇ ਘਰੋਂ ਘਰੀ ਆਪਣੇ ਘਰੋਂ ਘਰੀ ਚਲੇ ਗਏ। अगले दिवस रोज बरतंता चाकर गन गिन गिन सोहलंता। ਔਰ ਅਗਲੇ ਦਿਨ ਤੋਂ ਗੁਰੂ ਪਿਆਰਿਓ ਫਿਰ ਜਿਹੜੇ ਬਰਾੜ ਸੀ ਜਾਂ ਇਹਦੇ ਡੱਲੇ ਦੇ ਬੰਦੇ ਸੀ ਫੌਜੀ ਜਿਹੜੇ ਨਾਲ ਰਹਿੰਦੇ ਲੜਨ ਨੂੰ ਤਿਆਰ ਰੱਖੇ ਹੁੰਦੇ ਸੀ ਬੰਦੇ, ਉਹਨਾਂ ਸਾਰਿਆਂ ਨੂੰ ਕਹਿੰਦੇ ਖਰਚਾ ਦੇ ਦਿੱਤਾ ਗਿਣ ਕੇ। तब डल्ला बंधन हित आयो बैठत पग पर शीस निभायो। ਇਤਨੇ ਡੱਲਾ ਆ ਗਿਆ। ਡੱਲੇ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਮੱਥਾ ਟੇਕਿਆ ਹੈ ਜੀ। कर कर लेखा सब चित चेते आवत जात लेते कदेते। ਔਰ ਸਤਿਗੁਰਾਂ ਦੇ ਕੋਲ ਡੱਲਾ ਬੈਠ ਗਿਆ ਹੈ ਤੇ ਸਾਰੇ ਨਾ ਸਤਿਗੁਰਾਂ ਦੇ ਕੋਲੋਂ ਪਿਛਲੇ ਕਈ ਦਿਨਾਂ ਦਾ ਹਿਸਾਬ ਕਿਤਾਬ ਕਰਕੇ ਤੇ ਤਨਖਾਹ ਲੈ ਰਹੇ ਨੇ। तेन देश देखत प्रभु बखाना लिहो डल्ला निज रोज महाना। ਤੇ ਪਾਤਸ਼ਾਹ ਡੱਲੇ ਨੂੰ ਕਹਿੰਦੀ ਆ ਜਾ ਵੀ ਡੱਲਿਆ ਤੂੰ ਵੀ ਲੈ ਲਾ ਕੁਝ ਹਿੱਸਾ। परे काम ना पी लियो संग जाच लियो अपनो हित अंग। ਜੇ ਕੁਝ ਹੋਰ ਮੰਗਣਾ ਤੇ ਆ ਜੋ ਵੀ ਮੰਗ ਲੈ। सुन डल्ले कर जोर उचारी पातशाह देहो बरखा बारी। ਡੱਲਾ ਫੇਰ ਕਹਿੰਦਾ ਮਹਾਰਾਜ ਮੀਂਹ ਚਾਹੀਦਾ ਹੈ, ਪਾਣੀ ਬਿਨਾ ਨਹੀਂ ਬਚਦੇ ਲੋਕ। प्राणी हरखे जिस ते सारे इस ते अपना चाह उधारे। ਸਾਨੂੰ ਹੋਰ ਕੋਈ ਇੱਛਾ ਨਹੀਂ ਹੈ, ਬਸ ਇਹ ਸਾਡੇ ਇਲਾਕੇ ਦੇ ਲੋਕ ਨਾ ਪਾਣੀ ਤੋਂ ਪਿਆਸੇ ਨਾ ਮਰਨ। ਮੀਂਹ ਪਾ ਦਿਓ, ਇਹ ਜਨਤਾ ਨੂੰ ਪਾਣੀ ਮਿਲ ਗਿਆ ਤੇ ਮੇਰੀ ਇਹੋ ਹੀ ਇੱਛਾ ਹੈ। खुशी आपकी सबन ऊपर कनी देहो बरखा बपू पर। ਔਰ ਤੁਹਾਡੀ ਸਾਰਿਆਂ ਤੇ ਖੁਸ਼ੀ ਹੋਵੇਗੀ, ਇਹ ਧਰਤੀ ਤੇ ਮੀਂਹ ਵਰਸਾ ਦਿਓ। मौन पे सुन के गुण खानी सब चाहत सर रहो न पानी। ਕਿਉਂਕਿ ਸਾਰਿਆਂ ਨੂੰ ਪਾਣੀ ਦੀ ਲੋੜ ਹੈ। ਕਈ ਮਹੀਨੇ ਮੀਂਹ ਨਾ ਪਿਆ ਤੇ ਫੇਰ ਕਹਿੰਦੇ ਟੋਬੇ ਤਲਾਅ ਸਾਰੇ ਸੁੱਕ ਗਏ। ਪਾਤਸ਼ਾਹ ਨੇ ਫਿਰ ਕੋਈ ਜਵਾਬ ਨਾ ਦਿੱਤਾ, ਅੱਗੋਂ ਚੁੱਪ ਕਰ ਰਹੇ ਤੇ ਸਾਰੇ ਉੱਠ ਕੇ ਚਲੇ ਗਏ। तब उठ गमण्यो डल्ला कर को नित हर खाए सेव कर गुर को। ਔਰ ਭਾਈ ਡੱਲਾ ਉੱਠ ਕੇ ਆਪਣੇ ਘਰ ਨੂੰ ਚਲਿਆ ਗਿਆ, ਰੋਜ਼ਾਨਾ ਸੇਵਾ ਕਰਦਾ, ਸਤਿਗੁਰਾਂ ਦੀਆਂ ਖੁਸ਼ੀਆਂ ਲੈਂਦਾ ਹੈ। सो दिन जामन बीते जबै दर्श करन आयो पुन तबै। ਤਾਂ ਗੁਰੂ ਪਿਆਰਿਓ ਉਹ ਦਿਨ ਵੀ ਕਹਿਣ ਲੱਗੇ ਬੀਤਰ ਜਬੈ, ਉਸ ਦਿਨ ਦਾ ਇੱਕ ਪਹਿਰ ਬੀਤ ਗਿਆ ਜਦੋਂ ਡੱਲਾ ਦਰਸ਼ਨਾਂ ਲਈ ਆਇਆ ਹੈ। बैठ गयो गुर के चित आयो जथा तुरक सो लिखियो पठायो। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆ ਕੇ ਬੈਠ ਗਿਆ ਤੇ ਜਿਹੜਾ ਇਸ ਨੇ ਲਿਖ ਕੇ ਭੇਜਿਆ ਵਜੀਦੇ ਵੱਲ। होए प्रसन्न दियो किछ चाहत रीज बचाई ना दीत उमाहत। ਹੁਣ ਗੁਰੂ ਨਾ ਜਦੋਂ ਖੁਸ਼ੀ ਦੇ ਘਰ ਚ ਆਉਂਦਾ ਕੁਛ ਨਾ ਕੁਛ ਦੇਣਾ ਚਾਹੁੰਦਾ ਹੈ। ਉਹ ਕਹਿੰਦਾ ਜਿੰਨਾ ਚਿਰ ਸਿੱਖ ਮੰਗ ਨਹੀਂ ਲੈਂਦਾ ਤੇ ਮੈਂ ਉਹਨਾਂ ਚਿਰ ਧੀਰਜ ਨਹੀਂ ਰੱਖਦਾ। ਡੱਲੇ ਤੇ ਖੁਸ਼ੀ ਕਿਉਂ ਕਰ ਰਹੇ ਆ? ਕਿਉਂਕਿ ਡੱਲੇ ਨੇ ਵਜੀਦੇ ਨੂੰ ਖਰਾ ਜਵਾਬ ਦੇਤਾ ਵੀ ਗੁਰੂ ਤੇਰੇ ਹਵਾਲੇ ਨਹੀਂ ਕਰਾਂਗੇ, ਤੂੰ ਆ ਕੇ ਲੜ ਲਾ। ਜਿਸ ਤਰ੍ਹਾਂ ਮਲੇਰਕੋਟਲੇ ਦੇ ਰਾਜੇ ਨੇ ਗੁਰੂ ਪਿਆਰਿਓ
ਹਾਂ ਦਾ ਨਾਰਾ ਹੀ ਮਾਰਿਆ ਸੀ ਨਾ ਵੀ ਤੁਹਾਡੀ ਇਹ ਗੱਲ ਗਲਤ ਹੈ, ਤੁਸੀਂ ਇਹ ਠੀਕ ਨਹੀਂ ਕਰ ਰਹੇ, ਸਾਡਾ ਧਰਮ ਸਾਡੀ ਕੁਰਾਨ ਆਗਿਆ ਨਹੀਂ ਦਿੰਦੀ ਦੁੱਧ ਪੀਂਦੇ ਸ਼ੀਰਖੋਰ ਬੱਚਿਆਂ ਨੂੰ, ਭਾਵ ਦੁੱਧ ਪੀਂਦੇ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਮਾਰਨਾ। ਇਹ ਸੂਰਮਿਆਂ ਦਾ ਕੰਮ ਨਹੀਂ ਹੈਗਾ। ਜੇ ਲੜਨਾ ਹੀ ਆ, ਬਦਲਾ ਲੈਣਾ, ਤੇ ਇਹਨਾਂ ਦੇ ਪਿਤਾ ਨੂੰ ਲੱਭ ਗਿਓ ਤਾਂ ਲਓ। ਤੇ ਉਸ ਦੇ ਇੰਨੇ ਬਚਨ ਤੇ ਪਾਤਸ਼ਾਹ ਨੇ ਕਹਿਤਾ ਸੀਗਾ, ਸ਼ੇਰ ਖਾਂ ਤੇਰਾ ਮਲੇਰਕੋਟਲਾ ਹਮੇਸ਼ਾ ਵਸਦਾ ਰਹੇਗਾ। ਕਹੋ ਸਤਿਨਾਮ। ਸਤਿਗੁਰੂ ਬੜੇ ਖੁਸ਼ੀ ਦੇ ਘਰ ਵਿੱਚ ਆ ਕੇ ਕੁਛ ਨਾ ਕੁਛ ਦੇਣਾ ਚਾਹੁੰਦੇ ਆ। ਡੱਲਾ ਮੰਗਦਾ ਨਹੀਂਗਾ, ਡੱਲਾ ਵਾਰ-ਵਾਰ ਮੀਂਹ ਮੰਗ ਲੈਂਦਾ। ਹੁਣ ਤਾਂ ਖੈਰ ਉਹਦੀ ਸੋਚ ਅੱਛੀ ਹੈ। ਜਿਵੇਂ ਗੁਰੂ ਪਿਆਰਿਓ, ਸਤਿਗੁਰਾਂ ਨੇ ਭਾਈ ਦਾਨ ਸਿੰਘ ਨੂੰ ਕਿਹਾ ਸੀ ਤਨਖਾਹ ਲੈ ਲਾ, ਉਹ ਕਹਿੰਦਾ ਮੈਨੂੰ ਸਿੱਖੀ ਚਾਹੀਦੀ ਹੈ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਸਤਿਗੁਰਾਂ ਦੇ ਕੋਲੋਂ ਇਹ ਡੱਲਾ ਜਿਹੜਾ ਕੇਵਲ ਤੇ ਕੇਵਲ ਵਾਰ-ਵਾਰ ਮੀਂਹ ਮੰਗਦਾ ਹੈ, ਪਰ ਗੁਰੂ ਇਹਨੂੰ ਕੁਝ ਹੋਰ ਦੇਣਾ ਚਾਹੁੰਦੇ ਹਨ। ਡੱਲੇ ਬਿਰਾੜ ਜਾਚ ਅਬਲੇ ਹੋ, ਜੋ ਮੁਖ ਕਹੇ ਤਥਾ ਕਰ ਦੇ ਹੋ। ਔਰ ਅੱਜ ਤੀਜੀ ਵਾਰ ਪਾਤਸ਼ਾਹ ਫਿਰ ਕਹਿੰਦੇ, ਜਦੋਂ ਆਇਆ ਡੱਲਾ ਆ ਕੇ ਮੱਥਾ ਟੇਕ ਕੇ ਬਹਿ ਗਿਆ, ਕਹਿੰਦੇ ਡੱਲਿਆ ਮੰਗ ਲਾ ਕੁਛ, ਤੂੰ ਜੋ ਮੰਗੇਗਾ ਉਹ ਦੇਊਂਗਾ। ਸ੍ਰੀ ਪ੍ਰਭ ਪਾਤਸ਼ਾਹ ਗੁਰ ਸਾਚੇ, ਦੇਹੋ ਬਰਖਾ ਪ੍ਰਾਨੀ ਸਭ ਜਾਚੇ। ਕਹਿੰਦਾ ਮਹਾਰਾਜ ਮੈਨੂੰ ਕੁਛ ਨਹੀਂ ਚਾਹੀਦਾ, ਆ ਸਾਰੇ ਜੀਵ ਜੰਤੂ ਪਸ਼ੂ ਪੰਛੀ ਮਨੁੱਖ ਪਾਣੀ ਤੋਂ ਬਗੈਰ ਧਿਆਏ ਮਰਦੇ ਐ, ਤੁਸੀਂ ਮੀਂਹ ਬਖਸ਼ ਦਿਓ, ਇੱਥੇ ਵਰਸ਼ਾ ਪਾ ਦਿਓ। ਸੁਣਤ ਪ੍ਰਸੰਨ ਕਿਰਪਾਲ ਮਹਾਨਾ, ਸ਼੍ਰੀ ਮੁਖ ਤੇ ਮੁਸਕਾਈ ਬਖਾਨਾ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਹੱਸ ਪਏ ਵੀ ਤੀਜੀ ਵਾਰ ਇਹਨੇ ਫੇਰ ਨਹੀਂ ਆਪਦੇ ਵਾਸਤੇ ਕੁਛ ਮੰਗਿਆ, ਤਾਂ ਬਚਨ ਕੀਤਾ। ਚੌਪਈ ਬਚਨ ਜੱਟ ਦਾ ਬੋਲ, ਬਾਣੀਏ ਦੀ ਚੁੱਪ, ਗੁਰੂ ਦਾ ਵਾਕ, ਬ੍ਰਾਹਮਣ ਦਾ ਸਾਕ। ਤਾਂ ਇਹ ਕੀ ਕਹਿੰਦੇ ਹਨ ਅੱਗੇ? ਚੌਪਈ ਇਹ ਛੂਚੇ ਨ ਜਾਏ ਕਦਾਈ, ਚਾਹੇ ਜੋ ਚਿਤ ਮੈਂ ਲੈ ਬੁਰਿਆਈ। ਔਰ ਇਹ ਚਾਰੇ ਬਚਨ ਕਦੇ ਵੀ ਖਾਲੀ ਨਹੀਂ ਜਾਂਦੇ। ਜੱਟ ਦਾ ਬੋਲ ਇਹ ਵੀ ਕੁਛ ਨਾ ਕੁਛ ਕਰ ਜਾਂਦਾ, ਬਾਣੀਏ ਦੀ ਚੁੱਪ ਹੈ ਜਿਹੜੀ, ਉਹਦੇ ਵਿੱਚ ਵੀ ਕੁਛ ਨਾ ਕੁਛ ਹੁੰਦਾ ਹੈ। ਇਸੇ ਤਰ੍ਹਾਂ ਹੀ ਕਹਿੰਦੇ ਗੁਰੂ ਦਾ ਵਚਨ ਹੈ ਜਿਹੜਾ, ਉਹ ਵੀ ਆਲਾ ਨਹੀਂ ਜਾਂਦਾ। ਤੇ ਬ੍ਰਾਹਮਣ ਦਾ ਸਾਕ, ਬ੍ਰਾਹਮਣ ਦੇ ਨਾਲ ਸੰਬੰਧ ਹੈ ਜਿਹੜਾ, ਉਹ ਵੀ ਕੁਛ ਨਾ ਕੁਛ ਕਰਦਾ ਹੈ। ਜੱਟ ਪਿੰਨੇ ਤਾ ਕੰਧ ਥੀ ਕਿੰਨੇ, ਅਪਰ ਪਾਸ ਤੇ ਕਿਉਂ ਨਾ ਲਿਨੇ। ਕਹਿਣ ਲੱਗੇ ਜੇ ਜੱਟ ਚਾਹੇ ਤਾਂ ਕੰਧ ਤੋਂ ਵੀ ਲੈ ਲੈਂਦਾ ਹੈ, ਫਿਰ ਹੋਰ ਕਿਸੇ ਤੋਂ ਕਿਉਂ ਨਹੀਂ ਲੈ ਸਕਦਾ। ਜਾਹੋ ਡੱਲਾ ਅਬ ਬਿਲਮ ਨ ਲਾਹੋ, ਟੋਪੇ ਸਭ ਹੀ ਸਾਫ ਕਰਾਓ। ਬਾਬਾ ਜੀ ਕਹਿੰਦੇ ਜਾ ਫਿਰ ਤੂੰ 3 ਵਾਰੀ ਬਚਨ ਕੀਤਾ, ਹੁਣ ਕਹਿੰਦੇ ਜੱਟ ਚਾਹੇ ਤਾਂ ਕੰਧ ਤੋਂ ਵੀ ਲੈ ਲਵੇ ਤੇ ਮੈਥੋਂ ਕਿਉਂ ਨਾ ਲਵੇ। ਜਾ ਫਿਰ ਟੋਬੇ ਸਾਫ਼ ਕਰਾ। ਪੁਰਾਣੇ ਸਮੇਂ ਜਦੋਂ ਮੀਂਹ ਨਹੀਂ ਸੀ ਪੈਂਦਾ ਨਾ, ਵਿੱਚੋਂ ਗਾਰ ਕੱਢ ਦਿੰਦੇ ਸੀ, ਇੱਕ ਤਾਂ ਡੂੰਘੇ ਹੋ ਜਾਂਦੇ ਸੀ, ਇੱਕ ਤਿਲਕਣ ਖਤਮ ਹੋ ਜਾਂਦੀ ਵਿੱਚੋਂ, ਤੇ ਉਸ ਗਾਰ ਦੀਆਂ ਇੱਟਾਂ ਬਣਾ ਕੇ ਲੋਕ ਫਿਰ ਕੰਧਾਂ ਕੱਢ ਲੈਂਦੇ ਸੀ, ਉਹ ਵੀ ਕੰਮ ਆ ਜਾਂਦੀ ਸੀ ਮਿੱਟੀ। ਪਾਤਸ਼ਾਹ ਕਹਿੰਦੇ ਵੀ ਇਦਾਂ ਕਰ ਡੱਲਿਆ, ਫਿਰ ਸਾਰੇ ਟੋਬੇ ਸਾਫ਼ ਕਰਾ ਦੇ। ਬਰਖਾ ਦੀ ਅਦਕ ਅਦਕਾਤੇ, ਬਾਰ ਬਾਰ ਤੇ ਜਾਤੀ ਜਾਤੇ। ਤੂੰ ਬਾਰ ਬਾਰ ਸਾਥੇ ਕੋਲੋਂ ਵਰਸ਼ਾ ਮੰਗੀ ਹੈ, ਜਾ ਤੈਨੂੰ ਬਹੁਤ ਮੀਂਹ ਦਿੱਤਾ। ਡੱਲਾ ਉਠਿਓ ਆਨੰਦਿਤ ਹੋਵਾ, ਗੁਰੂ ਪ੍ਰਸੰਨ ਆਪਨ ਪਰਜੋਵਾ। ਔਰ ਇਸ ਤਰ੍ਹਾਂ ਡੱਲਾ ਬੜਾ ਖੁਸ਼ ਹੋਇਆ ਵੀ ਗੁਰੂ ਮੇਰੇ ਤੇ ਅੱਜ ਬਹੁਤ ਖੁਸ਼ ਹੈ, ਦੇਖੋ ਮੀਂਹ ਦੀ ਬਖਸ਼ਿਸ਼ ਕਰ ਦਿੱਤੀ ਆ। ਸੁਣ ਸੁਣ ਨਰ ਨਾਰੀ ਬਿਸਮਾਏ, ਕਨੇ ਆਏ ਕਨ ਗੁਰ ਫਰਮਾਏ। ਔਰ ਇਹ ਸੁਣ ਕਰਕੇ ਸਾਰੇ ਨਗਰ ਨਿਵਾਸੀ ਜਾਂ ਕੋਲੇ ਜੋ ਉਸ ਇਲਾਕੇ ਦੀ ਸੰਗਤ ਬੈਠੀ ਸੀ, ਉਹ ਸਾਰੇ ਖੁਸ਼ ਹੋਏ ਵੀ ਅੱਜ ਗੁਰੂ ਨੇ ਕਹਿਤਾ ਤੇ ਬੱਦਲ ਬਹੁਤ ਆਉਣਗੇ। ਲੈ ਬਿਲੋਕਿਅਤ ਅਬ ਨਭ ਮਾਹੀ, ਲਗੇ ਔੜ ਕੰਨ ਪਈਅਤ ਨਾਹੀ। ਪਰ ਉੱਤੇ ਕੋਈ ਬੱਦਲ ਦਿਸਦਾ ਨਹੀਂ, ਪਰ ਥੱਲੇ ਹੁਕਮ ਹੋਇਆ ਸੀਗਾ ਬਈ ਪਹਿਲਾਂ ਤੁਸੀਂ ਟੋਬੇ ਸਾਫ਼ ਕਰ ਲਓ, ਫਿਰ ਮੀਂਹ ਪਵੇਗਾ। ਕਹਿੰਦੇ ਯਾਰ ਗੁਰੂ ਸਾਹਿਬ ਨੇ ਕਹਿ ਤਾਂ ਦਿੱਤਾ, ਪਰ ਬੱਦਲ ਤਾਂ ਦਿਸਦੇ ਨਹੀਂ। ਵਰਖਾ ਹੋਈ ਹੈ ਹੀਰਨ ਹੀਤ, ਨਰ ਨਾਰੀ ਬਿਸਮੰਤ ਸੁਚੇਤ। ਉਹ ਸਾਰੇ ਹੈਰਾਨ ਹੈ ਵੀ ਸੁੱਕੇ ਅੰਬਰੀ ਕਿੱਥੋਂ ਮੀਂਹ ਆ ਜਾਊਗਾ। ਗੁਰੂ ਸਾਹਿਬ ਨੇ ਕਹਿ ਤਾਂ ਦਿੱਤਾ ਮੀਂਹ ਪਵਾ ਦੇਾਂਗੇ, ਤੇ ਮੀਂਹ ਦਾ ਕੋਈ ਬੱਦਲਬਾਈ ਦਿਸਦੀ ਨਹੀਂ ਉੱਤੇ ਆਕਾਸ਼ਾਂ ਦੇ ਵਿੱਚ, ਤੇ ਫਿਰ ਮੀਂਹ ਕਿਵੇਂ ਆਵੇਗਾ। ਸਾਰੇ ਹੈਰਾਨ ਹੈ। ਢੋਲ ਬਿਰੰਦੇ ਇਕੱਠੇ ਕਰਵਾਏ, ਤੀਰ ਤਾਲ ਕੇ ਜਾਏ ਬਜਾਏ। ਔਰ ਢੋਲ ਵਾਲੇ ਸੱਦੇ, ਔਰ ਟੋਬਿਆਂ ਦੇ ਕੋਲ ਜਾ ਕੇ ਉਹ ਢੋਲ ਵਜਾਉਣੇ ਸ਼ੁਰੂ ਕੀਤੇ, ਔਰ ਨੌਜਵਾਨਾਂ ਨੂੰ ਪਿੰਡ ਵਾਸੀਆਂ ਨੂੰ ਸਾਫ਼ ਕਰਨ ਦਾ ਹੁਕਮ ਦਿੱਤਾ। ਸੁਣ ਸੁਣ ਮਾਨਵ ਆਏ ਪਲਾਈ, ਤਾਲ ਸੁਧਾਰੇ ਚੌਪ ਉਠਾਏ। ਔਰ ਡੱਲਾ ਕਹਿੰਦਾ ਵੀ ਇਹ ਟੋਬਾ ਸਾਫ਼ ਕਰਨ ਦਾ ਹੁਕਮ ਹੈ, ਜਦੋਂ ਟੋਬਾ ਸਾਫ਼ ਹੋ ਗਿਆ ਉਦੋਂ ਮੀਂਹ ਆ ਜਾਣਾ ਹੈ। ਗੁਰੂ ਸਾਹਿਬ ਦਾ ਹੁਕਮ ਆਲਾ ਨਹੀਂ ਜਾਂਦਾ, ਤੁਸੀਂ ਟੋਬਾ ਸਾਫ਼ ਕਰੋ।
ਢੋਲ ਦੀ ਇੱਕ ਤਾਲ ਹੀ ਐਸੀ ਹੁੰਦੀ ਹੈ ਕਿ ਨੱਚਣ ਵਾਲੇ ਨੂੰ ਵੀ ਇਹ ਹੁਲਾਰਾ ਦਿੰਦੀ ਹੈ, ਘੁਲਣ ਵਾਲੇ ਘੋਲਾਂ ਦੇ ਵਿੱਚ ਵੀ ਹੁਲਾਰਾ ਦਿੰਦੀ ਹੈ, ਇੱਥੇ ਸੇਵਾਦਾਰਾਂ ਨੂੰ ਸੇਵਾ ਕਰਨ ਵਿੱਚ ਵੀ ਜਿਹੜੀ ਹੈ ਹੁਲਾਰਾ ਦਿੰਦੀ ਹੈ। ਇਸ ਕਰਕੇ ਛੱਪੜ ਨੂੰ, ਟੋਭੇ ਨੂੰ, ਤਾਲ ਨੂੰ ਸਾਫ਼ ਕਰਨ ਲੱਗੇ, ਉਹਦੀ ਗਾਰ ਕੱਢਣ ਲੱਗੇ ਤੇ ਢੋਲ ਵਾਲੇ ਢੋਲ ਵਜਾਉਣ ਲੱਗੇ। ਪੈਛਨ ਚਲੀ ਪੌਣ ਪੁਰਬਾਈ ਨਿਕਸੇ ਕਨ ਜਿਮ ਗੱਜ ਸਮੁਦਾਈ। ਤੇ ਕਹਿੰਦੇ ਉਸੇ ਵੇਲੇ ਹੀ ਜਦੋਂ ਕਹਿੰਦੇ ਤਾਲ ਸਫਾਈ ਹੋਣ ਲੱਗਿਆ ਤੇ ਜਾਂ ਸਾਫ਼ ਹੋ ਗਿਆ, ਪੁਰੇ ਦੀ ਹਵਾ ਚੱਲ ਪਈ ਹੈ ਤੇ ਇਸ ਪੁਰੇ ਵਾਲੇ ਪਾਸਿਓਂ ਬੱਦਲ ਵੀ ਆਉਣ ਲੱਗੇ। ਕੋਮੜੀ ਘਟ ਘਰੀ ਕਮੈ ਕਣੀ ਘੋਰ ਘੋਰ ਕਨ ਚਪਲਾ ਸਣੀ। ਔਰ ਜਿਵੇਂ ਗੁਰੂ ਪਿਆਰਿਓ ਆਪਾਂ ਕਹਿੰਦੇ ਵੀ ਕਾਲੀ ਬੋਲੀ ਚੜ ਗਈ। ਉਹ ਕਾਲੀ ਬੋਲੀ ਕੀ ਹੁੰਦਾ? ਕਾਲੇ ਬੱਦਲ, ਮੀਂਹ ਦੇ ਭਰੇ ਹੋਏ ਬੱਦਲ ਜਦੋਂ ਘੁਲਦੇ ਨੇ ਉੱਤੇ ਆਕਾਸ਼ਾਂ ਦੇ ਵਿੱਚ, ਉਹਨੂੰ ਕਹਿੰਦੇ ਆ ਘੁੰਮੜੀ ਘਟਾ ਘਰ ਕਮੈ ਘਣੀ। ਆਕਾਸ਼ਾਂ ਦੇ ਵਿੱਚ ਘਟਾਂ ਆ ਗਈਆਂ, ਘੁੰਮਣ ਲੱਗੀਆਂ ਔਰ ਗਾੜੇ ਕਾਲੇ ਬੱਦਲ ਆ ਗਏ। ਬੜੀ ਬੜੀ ਬੂੰਦੇ ਬੋਪਰੀ ਬਰਸਨ ਲਗਿਓ ਅਦਕ ਪੀਚਰੀ। ਨਾਲੇ ਬਿਜਲੀ ਚਮਕਦੀ ਹੈ ਤੇ ਥੋੜੇ ਹੀ ਦੇਰ ਬਾਅਦ ਮੀਂਹ ਲੈ ਪਿਆ। ਜਿਤ ਕਿਤ ਨੀਰ ਪ੍ਰਵਾਹ ਚਲੰਤਾ ਉੱਚੀ ਥਲ ਤੀਨ ਰਮ ਟਰੰਤਾ। ਤੇ ਗੁਰੂ ਪਿਆਰਿਓ ਲੋਕਾਂ ਨੇ ਹੈਰਾਨ ਹੋ ਕੇ ਦੇਖਿਆ ਵੀ ਆਹ ਤਾਂ ਗੁਰੂ ਦਾ ਬਚਨ ਸੱਚ ਹੈ। ਬਚਨ ਤਾਂ ਉਹਦੇ ਹਮੇਸ਼ਾ ਹੀ ਸੱਚ ਸੀ, ਪਰ ਲੋਕ ਕਈ ਵਾਰੀ ਭਰੋਸਾ ਟੁੱਟ ਜਾਂਦਾ, ਕਈ ਵਾਰੀ ਵੱਜ ਜਾਂਦਾ। ਪਿੰਡ ਵਾਲੇ ਸੋਚਦੇ ਵੀ ਯਾਰ ਸੁੱਕੇ ਅੰਬਰੀ ਧੁੱਪ ਖੜੀ ਐ, ਨਹੀਂ ਮੀਂਹ ਕਿੱਥੋਂ ਆ ਜਾਊਗਾ। ਪਰ ਜਦੋਂ ਹੀ ਟੋਭਾ ਸਾਫ਼ ਹੋਇਆ, ਤਾਲ ਸਾਫ਼ ਹੋਇਆ ਤੇ ਮੀਂਹ ਪੈਣ ਲੱਗ ਪਿਆ। ਮੋਟੀ ਮੋਟੀ ਕਣੀ ਦਾ 4 ਛਪੇਰੇ ਵਗਣ ਲੱਗਿਆ ਉੱਚੇ ਥਾਵਾਂ ਤੋਂ ਨੀਵਿਆਂ ਨੂੰ। ਤਾਈ ਤਾਈ ਨਰ ਧਾਮਣ ਬਾਰੇ ਬਾਰੀ ਬਹਿ ਬਿਲੋਕਨ ਕਰੇ। ਔਰ ਭਿੱਜਦੇ ਹੋਏ ਲੋਕ ਭੱਜ ਕੇ ਆਪਣੇ ਘਰਾਂ ਦੇ ਵਿੱਚ ਵੜ ਗਏ ਤੇ ਬਾਰੀਆਂ ਵਿੱਚੋਂ ਪਾਣੀ ਵਹਿੰਦਾ ਡਿੱਗਦਾ ਵੇਖਦੇ ਹਨ। ਧੰਨ ਗੁਰੂ ਗੁਰੂ ਧੰਨ ਬਖਾਨਾ ਮਹਾ ਮੂੜ ਜੋ ਇਨੋ ਨਾ ਮਾਨੈ। ਔਰ ਨਾਲੇ ਅੰਦਰ ਬੈਠੇ ਕਹਿੰਦੇ ਆ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਮੂਰਖ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਮੰਨਦਾ ਨਹੀਂ। ਤੀਨੋ ਦਿਨ ਸੋ ਤੀਨ ਹੀ ਜਾਮਨਾ ਬਰਖੀ ਘਟਾ ਦਮਕਤੀ ਦਾਮਨ। ਇਸ ਤਰ੍ਹਾਂ 3 ਦਿਨ ਤੇ 3 ਰਾਤਾਂ ਗੁਰੂ ਪਿਆਰੋ ਮੀਂਹ ਪੈਂਦਾ ਰਿਹਾ। ਫਿਰ ਆਸਿਕ ਬਾਰ ਪਰਿਓ ਬਹੁ ਬਾਰੀ ਵਿਆਕਲ ਹੋਏ ਪਰੇ ਨਰ ਨਾਰੀ। ਹੁਣ ਇੰਨਾ ਮੀਂਹ ਪੈ ਗਿਆ 3 ਰਾਤਾਂ ਤੇ 3 ਦਿਨ, ਹੁਣ ਲੋਕ ਦੁਖੀ ਹੋ ਗਏ। ਪਾਣੀ ਵਾਲਾ ਆ ਗਿਆ ਜਦੋਂ। ਖਾਨ ਪਾਨ ਪੂਲੀ ਸੁਦਨਾਨਾ ਬਿਦਰਤ ਸਦਨ ਸੁਧਾਰਤ ਠਾਨਾ। ਔਰ ਗੁਰੂ ਪਿਆਰਿਓ ਹੁਣ ਖਾਣਾ ਪੀਣਾ ਭੋਜਨ ਬਣਦਾ ਨਹੀਂ, ਘਰਾਂ ਦੇ ਵਿੱਚ ਰੋਟੀ ਵੀ ਪੱਕਣੀ ਔਖੀ ਹੋ ਗਈ। ਹੁਣ ਪਾਣੀ ਦੇ ਕਾਰਨ ਜਿਹੜੇ ਮਕਾਨ ਸਨ ਉਹ ਚਿਉਣ ਲੱਗੇ, ਹੁਣ ਉਹਨਾਂ ਨੂੰ ਸੰਭਾਲਣ ਲੱਗੇ, ਸੁਧਾਰਨ ਲੱਗੇ। ਸਭ ਮਿਲ ਕਰ ਡੱਲੇ ਕੋ ਪ੍ਰੇਰੇ ਬਿਨਤੀ ਕੀਜੇ ਗੁਰੂ ਅਗੇਰੇ। ਔਰ ਸਾਰੇ ਡੱਲੇ ਨੂੰ ਕਹਿੰਦੇ ਆ ਯਾਰ ਤੂੰ ਗੁਰੂ ਸਾਹਿਬ ਨੂੰ ਕਹਿ ਹੁਣ ਬੰਦ ਕਰ ਦੇਣ, ਬਹੁਤ ਮੀਂਹ ਪੈ ਗਿਆ, ਛੱਤਾਂ ਵੀ ਚੌਣ ਲੱਗ ਪਈਆਂ, ਜਿਨ੍ਹਾਂ ਦੀਆਂ ਮਾੜੀਆਂ ਛੱਤਾਂ ਉਹ ਡਿੱਗ ਜਾਣਗੀਆਂ। ਡੱਲੇ ਨੂੰ ਜਾ ਕੇ ਬੇਨਤੀਆਂ ਕਰਦੇ ਆ, ਕਹਿ ਗੁਰੂ ਸਾਹਿਬ ਨੂੰ ਮੀਂਹ ਬੰਦ ਕਰ ਦੇਣ ਹੁਣ। ਹਮਰੇ ਸੁਖਿਤ ਕਨ ਬਰਖਾਇਓ ਅਬ ਸਭ ਤ੍ਰਿਪਤੇ ਬਾਛਤ ਪਾਇਓ। ਠੀਕ ਹੈ, ਧੰਨਵਾਦ ਤੇਰਾ, ਤੂੰ ਸਾਡੇ ਸੁਖ ਵਾਸਤੇ ਮੀਂਹ ਮੰਗਿਆ, ਗੁਰੂ ਸਾਹਿਬ ਤੋਂ ਮੀਂਹ ਪੈ ਗਿਆ ਪਰ ਅਸੀਂ ਰੱਜ ਗਏ ਆ। ਸੁਨ ਡੱਲਾ ਪਹੁੰਚੋ ਤੈ ਸਮੋ ਹੱਥ ਬੰਦ ਕਰ ਕੀਨਸ ਨਮੋ। ਡੱਲੇ ਨੇ ਜਾ ਕੇ ਮੱਥਾ ਟੇਕਿਆ, ਅਰਜ ਗੁਜਾਰੀ ਅਬ ਬਸ ਕਰੀਐ ਬੜੋ ਬਾਰ ਚੋਂ ਔਰ ਨਿਰਹਰੀਐ। ਮਹਾਰਾਜ ਜੀ ਬਹੁਤ ਮੀਂਹ ਪੈ ਗਿਆ, 3 ਦਿਨ ਹੋ ਗਏ, 3 ਰਾਤਾਂ ਹੋ ਗਈਆਂ, ਹੁਣ ਇਹਨੂੰ ਬੰਦ ਕਰ ਦਿਓ ਕਿਰਪਾ ਕਰਕੇ। ਹਮਰੇ ਸੁਖਿਤ ਕਨ ਬਰਖਾਇਓ ਅਬ ਸਭ ਤ੍ਰਿਪਤੇ ਬਾਛਤ ਪਾਇਓ। ਸਾਡੇ ਵਾਸਤੇ ਆਪ ਜੀ ਨੇ ਸੁਖਿਤ ਕਿਰਪਾ ਕੀਤੀ, ਬਹੁਤ ਮੀਂਹ ਪੈ ਗਿਆ, ਹੁਣ ਤਾਂ ਸਾਰੇ ਰੱਜ ਗਏ। ਕਾਲਮ ਨਿੰਦ ਕਨ ਕਨੇ ਦਿਸਾਵੈ ਇਕ ਆਵਤ ਬਰਖਤ ਇਕ ਜਾਵੈ। ਔਰ ਆਕਾਸ਼ਾਂ ਤੇ ਬੱਦਲ ਹੀ ਬੜੇ ਆ ਰਹੇ ਆ, ਇੱਕ ਵਰਸ ਜਾਂਦਾ ਉਹ ਚਲਿਆ ਜਾਂਦਾ, ਫਿਰ ਹੋਰ ਆ ਜਾਂਦਾ, ਇਹਨਾਂ ਨੂੰ ਰੋਕੋ। ਇਹ ਪ੍ਰਸੰਗ ਬੜ ਰਾਵਰ ਕੀਰਾ 14 ਸਮੇਂ ਸਿਮਰੇ ਚ ਸਬੀਰਾ। ਔਰ ਸਾਰੇ ਸੋਡੀਆਂ ਹੀ ਗੱਲਾਂ ਕਰਦੇ ਆ ਵੀ ਗੁਰੂ ਸਾਹਿਬ ਨੇ ਤਾਂ ਬੱਲੇ ਬੱਲੇ ਕਰਵਾਤੀ, ਬਈ ਜਾ ਕੇ ਬੰਦ ਕਰਾਓ ਹੁਣ, ਇਹ ਤਾਂ ਕੋਠੇ ਢਾ ਦੂਗਾ। ਪਰੋ ਕਾਮਨਾ ਜਲ ਪਲ ਭਾਤੀ ਨੈ ਕੋ ਦੁਲਬ ਆਪਤੇ ਬਾਤੀ। ਮਹਾਰਾਜ ਤੁਹਾਡੇ ਤੋਂ ਕਿਹੜੀ ਚੀਜ਼ ਦੁਰਲਭ ਹੈ ਜਿਹੜੀ ਤੁਹਾਡੇ ਤੋਂ ਮਿਲੇ ਨਾ? ਤੁਹਾਡੇ ਕੋਲੋਂ ਸਭ ਕੁਝ ਮਿਲ ਸਕਦਾ ਹੈ। ਬ੍ਰਹਮ ਦੇ ਆਗਿਆ ਮੈਂ ਸਾਰੇ ਕਿਸਮੇ ਸ਼ਕਤ ਹੁਕਮ ਕੋ ਟਾਰੇ। ਔਰ ਤੁਹਾਡੇ ਹੁਕਮ 'ਚ ਬ੍ਰਹਮਾ ਵਿਸ਼ਨੂੰ ਮਹੇਸ਼ ਵਰਗੇ ਔਰ ਇਹ ਜਿਹੜੇ
ਮੀਂਹ ਪਾਉਣ ਵਾਲੇ ਇੰਦਰ ਵਰਗੇ ਸਾਰੇ ਤੁਹਾਡੇ ਹੁਕਮ ਦੇ ਅੰਦਰ ਹਨ। ਮਹਾਰਾਜ ਇਹਨਾਂ ਨੂੰ ਕਹੋ ਬੰਦ ਕਰਨ। सुन प्रभ कहो कनो के पनहि हो तो उर्द के सपत सो गणहि। ਬਾਬਾ ਕਹਿੰਦਾ ਡੱਲਿਆ 7 ਵਾਰੀ ਗਿਣ ਕੇ ਮਾਰ ਇਹਨਾਂ ਬਦਲਾਂ ਦੇ, ਇਹਨੂੰ ਕਹਿ ਬੰਦ ਕਰ ਦਿਓ, ਹੁਣ ਬਥੇਰਾ ਹੋ ਗਿਆ। हट जे है बरखा तत्काला अपना सेत कर सबन सुखाला। ਬੰਦ ਹੋ ਜੂਗੀ। ਇਹ ਪਾਤਸ਼ਾਹ ਦੇ ਹੈ ਤਾਂ ਕੌਤ ਕੀ ਕਿਰਪਾ ਤਾਂ ਆਪ ਦੇ ਅੰਦਰੋਂ ਹੀ ਕਰ ਰਹੇ ਹੈ, ਪਰ ਬਹਾਨਾ ਬਾਹਰ ਡੱਲੇ ਨੂੰ ਹੋਰ ਬਹਾਨਾ ਬਣਾ ਰਹੇ ਨੇ ਜਾਣ ਬੁੱਝ ਕੇ, ਕਿਉਂਕਿ ਕਰਾਮਾਤ ਵਿਖਾਉਣੀ ਨਹੀਂ। ਕਹੋ ਸਤਨਾਮ। ਬਖਸ਼ਿਸ਼ ਉਹਨਾਂ ਦੀ ਆਪਣੀਆਂ ਹੀ ਆ, ਪਰ ਇੱਕ ਇੱਕ ਸਾਖੀਆਂ ਵਿੱਚੋਂ ਆਨੰਦ ਵੀ ਬਣ ਗਿਆ, ਰਸ ਵੀ ਬਣ ਗਿਆ। ਪਹਿਲਾਂ ਕਹਿੰਦੇ ਡੱਲਿਆ ਮਾਰ ਇੰਦਰ ਦੇ ਜੁੱਤੀਆਂ ਮੀਂਹ ਨਹੀਂ ਪਾਉਂਦਾ ਤੇ ਮੀਂਹ ਪੈ ਗਿਆ, ਤੇ ਹੁਣ ਬਾਹਲਾ ਪੈ ਗਿਆ, ਤੇ ਕਹਿੰਦੇ ਮਾਰ ਇਹਨਾਂ ਬੱਦਲਾਂ ਦੇ ਜੁੱਤੀਆਂ ਭੱਜ ਜਾਣਗੇ, ਮੀਂਹ ਬੰਦ ਹੋ ਜਾਊਗਾ। सुन डले उठ की नस तैसे कटा फटी कन गमने गैसे। 7 ਵਚਨ ਕਹਿ ਕੇ ਡੱਲੇ ਨੇ ਜੁੱਤੀਆਂ ਮਾਰੀਆਂ ਤੇ ਮੀਂਹ ਬੰਦ ਕਰਵਾ ਦਿੱਤਾ। गुरु बाकी सख्त बिलोका बिगसे श्रद्धालु सब लोक। ਸਾਰੇ ਨਗਰ ਨਿਵਾਸੀ ਬੜੇ ਖੁਸ਼ ਹੋ ਰਹੇ ਹਨ ਗੁਰੂ ਦੇ ਬਚਨਾਂ ਤੇ। गुर की कीरत कर कर परी राय बेल चबेली खिरी। ਇਸ ਤਰ੍ਹਾਂ ਘਰ ਘਰ ਗੁਰੂ ਦੀ ਸਿਫਤਾਂ ਹੋਣ ਲੱਗੀ, ਜਿਵੇਂ ਚਮੇਲੀ ਦੇ ਫੁੱਲਾਂ ਦੀ ਖੁਸ਼ਬੂ ਫੈਲ ਜਾਂਦੀ ਆ। एक झूलन सिंह नाम फिरंता हाथ दुतारा रुचिर बजंता। ਅਗਲੀ ਸਾਖੀ ਚੱਲ ਪਈ ਆ, ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਇੱਕ ਝੂਲਣ ਨਾਮ ਦਾ ਸਿੰਘ ਹੈ, ਉਹਦਾ ਨਾਮ ਹੀ ਝੂਲਣ ਸਿੰਘ ਰੱਖਿਆ ਸੀਗਾ, ਉਹ ਝੂਲਦਾ ਹੀ ਰਹਿੰਦਾ ਸੀ। ਇਹ ਪਾਤਸ਼ਾਹ ਨੇ ਨਾਮ ਹੀ ਝੂਲਣ ਸਿੰਘ ਰੱਖਤਾ ਉਹਦਾ। ਕਹਿੰਦੇ ਝੂਲਣ ਸਿੰਘ ਨਾਮ ਦਾ ਇਹ ਸਿੰਘ ਹੈ, ਔਰ ਹਮੇਸ਼ਾ ਹੱਥ ਵਿੱਚ 2 ਤਾਰਾ ਰੱਖਦਾ ਹੈ। मात सुंदरी की सुन दासी सुन के कहो बाक तिस पासी। ਮਾਤਾ ਸੁੰਦਰੀ ਦੀ ਦਾਸੀ ਨੇ, ਨੌਕਰਾਨੀ ਨੇ ਕਿਤੇ ਇਸ ਨੂੰ ਰੋਕ ਦਿੱਤਾ। ਗੁਰੂ ਪਿਆਰੇ ਹੋਏ ਨੇ ਕੀ ਕਹਿ ਦਿੱਤਾ ਤੇ ਸਿੱਖ ਨੇ ਕੀ ਕਹਿਤਾ ਜਾਂ ਪਾਤਸ਼ਾਹ ਨੇ ਕੀ ਕਿਹਾ, ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ ਤੇ ਆ, ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਕਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਆਓ ਕੀਰਤਨ ਸਰਵਣ ਕਰੀਏ, ਸਮਾਪਤੀ ਕਰੀਏ। हे अच्युत हे पार ब्रह्म अविनाशी अविनाश। हे पूरन हे सर्व मैं पंचन गुणतास। हे संगी हे निरंकार हे निर्गुण गुण सब टीक। हे गोविंद हे गुण निधान जाके सदा विवेक। हे अपरंपर हर हरे हो बनहार। हे संत कै सदा संग तारा आधार। हे ठाकुर हौं दासरो मैं निर्गुण गुण नहीं कोई। नानक दीजै नाम दान राखो ही परोए। आए प्रभ शरणागति कृपा निध दयाल। एक अखर हर मन बसत नानक होत निहाल। एक ओंकार सतगुरु तेह प्रसाद सच होए। वाहिगुरु जी की फतेह विघ्न है। विनाशन सोए। वाहिगुरु जी की फतेह विघ्न है। विनाशन सोए। वाहिगुरु जी का खालसा वाहिगुरु जी की फतेह। बहुत बहुत